ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਵਡਹੰਸ ਮਹਲਾ ਚੌਥਾ। ਸ਼ੰਤ ਇਕ ਓੰਕਾਰ ਸਤ ਗੁਰ ਪ੍ਰਸਾਦ। ਹਉ ਜੀਵਾ ਹਉ ਜੀਵਾ ਸਤਿਗੁਰ ਦੇਖ ਸਰਸੇ ਰਾਮ। ਹਰਿ ਨਾਮੋ ਹਰਿ ਨਾਮ ਦ੍ਰਿੜਾਏ। ਜਪ ਹਰ ਹਰ ਨਾਮ ਵਿਗਸੇ ਰਾਮ। ਹਉ ਜੀਵਾ ਸਤਿਗੁਰ ਦੇਖ ਸਰਸੇ ਰਾਮ। ਹਰਿ ਨਾਮੋ ਹਰਿ ਨਾਮ ਦ੍ਰਿੜਾਏ। ਜਪ ਹਰ ਹਰ ਨਾਮ ਵਿਗਸੇ ਰਾਮ। ਜਪ ਹਰ ਹਰ ਨਾਮ ਕਮਲ ਪਰਗਾਸੇ। ਹਰ ਨਾਮ ਨਵੰ ਨਿਧ ਪਾਈ। ਹਉ ਮੈਂ ਰੋਗ ਗਿਆ ਦੁਖ ਲਾਥਾ। ਹਰ ਸਹਿਜ ਸਮਾਧ ਲਗਾਈ। ਹਰ ਨਾਮ ਵਡਾਈ ਸਤਿਗੁਰ ਤੇ ਪਾਈ। ਸੁਖ ਸਤਿਗੁਰ ਦੇਵ ਮਨ ਪਰਸੇ। ਹਉ ਜੀਵਾ ਸਤਿਗੁਰ ਦੇਖ ਸਰਸੇ। ਹਰਿ ਨਾਮ ਵਡਾਈ ਸਤਿਗੁਰ ਤੇ ਪਾਈ। ਸੁਖ ਸਤਿਗੁਰ ਦੇਵ ਮਨ ਪਰਸੇ। ਹਉ ਜੀਵਾ ਸਤਿਗੁਰ ਦੇਖ ਸਰਸੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਸਾਹਿਬ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਗੁਰੂ ਪਾਤਸ਼ਾਹ ਸਾਹਿਬ ਜੀ ਦੇ ਆਪਣੇ ਹੀ ਨਿਜ ਪਾਵਨ ਸਰੂਪ ਸ਼ਬਦ ਨਾਲ ਚਿੱਤ ਲਾ ਕੇ ਜਦ ਆਪ ਸਾਵਧਾਨ ਤੇ ਇਕਾਗਰ ਚਿੱਤ ਹੋਏ ਜੁੜ ਮਿਲ ਬੈਠੇ ਹੋ, ਪਾਤਸ਼ਾਹ ਗੁਰਦੇਵ ਜੀ ਦੀਆਂ ਬੇਅੰਤ ਮਹਿਰਮਤਾਂ ਤੇ ਵਡਿਆਈਆਂ ਜੋ ਸਤ ਸੰਗਤ ਵਿੱਚ ਸਦਾ ਵਰਤਦੀਆਂ ਨੇ, ਆਪ ਉਹਨਾਂ ਦੇ ਸਾਂਝੀ ਤੇ ਧਾਰਣੀ ਹੋਇਓ ਕਿਰਪਾਲਤਾ ਕਰਨਾ। ਆਪਣੇ ਨਿਰਮਲ ਹਿਰਦੇ 'ਚੋਂ ਅਰਦਾਸ ਕਰਨਾ ਜੋ ਗੁਰੂ ਪਾਤਸ਼ਾਹ ਸਾਹਿਬ ਜੀ ਰਹਿਮਤ ਕਰਨ। ਪਾਵਨ ਸ਼ਬਦ ਦੀ ਵਿਚਾਰ, ਬੋਲਣ ਦਾ ਤਾਣ ਅਤੇ ਵਿਚਾਰ ਦਾ ਪ੍ਰਵਾਹ ਬਖਸ਼ਣ। ਇੱਕ ਵਾਰ ਆਸੀਸ ਦਿੰਦਿਆਂ ਅੰਮ੍ਰਿਤ ਦ੍ਰਿਸ਼ਟੀ ਪਾ ਕੇ ਜਪਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ। ਗਰੀਬ ਨਿਵਾਸ ਘਟ ਘਟ ਕੇ ਵਾਸੀ ਸ਼੍ਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਜੋ ਸੱਚੇ ਪਾਤਸ਼ਾਹ ਸਾਹਿਬ ਜੀ ਨੇ ਕਿਰਪਾ ਕੀਤੀ ਹੈ। ਸੰਪੂਰਨ ਰਹਿਣ ਆਪਣੇ ਪਿਆਰ ਅਤੇ ਭਾਣੇ ਵਿੱਚ ਬਤੀਤ ਕਰਾਈਏ। ਅੰਮ੍ਰਿਤ ਵੇਲੇ ਦੀ ਜਾਗ ਬਖਸ਼ਿਸ਼ ਕੀਤੀ।
ਤਿਸ ਵਕਤ ਆਪਣੇ ਹੀ ਪਾਵਨ ਦਰਬਾਰ ਦੀ ਹਾਜ਼ਰੀ ਭਰਨ ਦਾ ਸੁਭਾਗ ਸਮਾਂ ਬਖਸ਼ਿਸ਼ ਕੀਤਾ। ਹਰ ਰੋਜ਼ ਤੇਤਰਾਜ ਵੀ ਅੰਮ੍ਰਿਤ ਵੇਲੇ ਸਾਹਿਬ ਦੀ ਬਖਸ਼ਿਸ਼ਾਂ ਦਾ ਦਰ ਖੋਲ੍ਹੇ ਅਤੇ ਸਾਡੇ ਵਾਸਤੇ ਜੋ ਉਪਦੇਸ਼ ਪ੍ਰਾਪਤ ਹੋਏ ਨੇ, ਆਉਂਦਿਆਂ ਜਾਂਦਿਆਂ ਆਪ ਜੀ ਨੇ ਉਸ ਦੇ ਦਰਸ਼ਨ ਜਿਹਨੂੰ ਪਾਠ ਕਰਕੇ ਕੀਤੇ ਜਾਂਦੇ ਨੇ, ਜਿਸ ਨੂੰ ਅਸੀਂ ਪਾਠ ਦਰਸ਼ਨ ਕਹਿੰਦੇ ਹਾਂ, ਕੀਤੇ ਹੋਣਗੇ। ਮਹਾਰਾਜ ਦਾ ਇਹਦਾ ਬਚਨ ਹੈ, ਦੀਨ ਦਰਦ ਨਿਵਾਰ ਠਾਕੁਰ, ਰਾਖੈ ਜਨ ਕੀ ਆਪ, ਤਰਨ ਤਾਰਨ ਹਰ ਨਿਧ, ਦੁਖ ਨ ਸਕੈ ਬਿਆਪ। हे ਸੱਚੇ ਪਾਤਸ਼ਾਹ, ਆਪ ਤੇ ਤਰਨ ਤਾਰਨ ਹੋ, ਦੀਨਾਂ ਦੇ ਦਰਦ ਨੂੰ ਮਿਟਾ ਦੇਣ ਵਾਲੇ ਹੋ। ਆਪ ਤੇ ਸਮਰੱਥ ਦਾਤਾਰ ਹੋ ਨਾ, ਤੇ ਫਿਰ ਕਿਰਪਾ ਕਰੋ ਨਾ, ਮੇਰੇ ਵੀ ਦੁੱਖ ਮਿਟਾ ਦਿਓ। ਮੈਂ ਵੀ ਤੇ ਇੱਕ ਦੀਨ ਜੇ ਆਜਿਜ਼ ਸੇ ਆਪ ਦੇ ਦਰਬਾਰ 'ਤੇ ਆਇਆ। ਤੇ ਮਹਾਰਾਜ ਕਹਿਣ ਲੱਗੇ, ਫਿਰ ਠੀਕ ਹੈ, ਦਵਾਈ ਖਾਓ। ਮਹਾਰਾਜ ਕਿੱਦਾਂ ਕਰੀਏ? ਕਹਿਣ ਲੱਗੇ, ਸਾਧੂ ਸੰਗ ਭਜੋ ਗੋਪਾਲ। ਵਾਹਿਗੁਰੂ ਜੀ ਦਾ ਨਾਮ ਸਾਰਿਆਂ ਰੋਗਾਂ ਦੀ ਦਵਾਈ ਹੈ। ਭਜਨ ਕਰਿਆ ਕਰੋ, ਸਿਮਰਨ ਕਰੋ, ਸਤਸੰਗਤ ਵਿੱਚ ਬੈਠੋ। ਬਸ ਇਹੀ ਤਾਂ ਸਾਡੀ ਮੁਸ਼ਕਿਲਾਤ ਹੈ ਕਿ ਸਤਸੰਗਤ 'ਚ ਬੈਠਕ ਸਾਡੀ ਘੱਟ ਹੈ। ਜਿਤਨੀ ਕੁ ਬੈਠਕ ਹੈ, ਜੇ ਕੋਸ਼ਿਸ਼ ਕਰਦੇ ਹਾਂ ਬੈਠਣ ਦੀ, ਤਾਂ ਮਹਾਰਾਜ ਸਾਡਾ ਮਨ ਤੰਗ ਕਰਦਾ ਹੈ। ਉਹ ਸਮਾਂ ਸਾਡਾ ਮਨ ਖਰਾਬ ਕਰ ਦਿੰਦਾ ਹੈ ਅਤੇ ਟਿਕਣ ਨਹੀਂ ਦਿੰਦਾ। ਅਤੇ ਮਹਾਰਾਜ ਜਿਹੜੇ ਬੈਠ ਜਾਂਦੇ ਨੇ ਆਪ ਦੀ ਸੰਗਤ ਵਿੱਚ, ਫਿਰ ਉਹਨਾਂ ਦੇ ਦਰਸ਼ਨ ਕਿੱਦਾਂ ਦੇ ਹੁੰਦੇ ਨੇ? ਜਿਨ੍ਹਾਂ ਦੇ ਆਪ ਦੀ ਕਿਰਪਾ ਦੇ ਨਾਲ ਦੁੱਖ ਮਿਟਦੇ ਨੇ। ਅਤੇ ਅੱਜ ਇੱਕ ਸੰਕਲਪ ਨੂੰ, ਜਿਹਨੂੰ ਦਾਰਸ਼ਨਿਕ ਵਿਚਾਰਧਾਰਾ ਵੀ ਕਹਿ ਸਕਦੇ ਹਾਂ, ਗੁਰਮਤਿ ਦ੍ਰਿਸ਼ਟੀਕੋਣ ਤੋਂ ਸਮਝਣ ਦੀ ਕੋਸ਼ਿਸ਼ ਵੀ ਕਰ ਸਕਦੇ ਹਾਂ ਕਿ ਸਾਡੇ ਦੁੱਖ ਮਿਟਣ ਜਪ ਦੇ ਸਦਕੇ। ਕਿਉਂਕਿ ਅਸੀਂ ਇੱਥੇ ਹੋਰ ਕਿਸੇ ਜੁਗਤ ਤਕਨੀਕ ਦੇ ਨਾਲ ਦੁੱਖ ਮਿਟਾਉਣ ਦੀ ਗੱਲ ਤਾਂ ਨਹੀਂ ਕਰਦੇ ਨਾ। ਜਿਵੇਂ ਹਸਪੀਟਲ ਵਿੱਚ ਕੇਵਲ ਦਵਾਈ ਦੇ ਕਾਰਨ ਕਰਕੇ ਦੁੱਖ ਮਿਟਾਇਆ ਜਾਂਦਾ ਹੈ। ਅਸਾਂ ਵੇਖਿਆ ਹੋਣਾ ਨਾ, ਕਿਸੇ ਹਸਪੀਟਲ ਦੇ ਵਿੱਚ ਜਾ ਕੇ ਕੋਈ ਓਝਾ ਮੰਤਰ ਪੜ੍ਹਨ ਲੱਗ ਪਵੇ ਅਤੇ ਡਾਕਟਰ ਕਹਿੰਦੇ ਨਾ ਭਾਈ ਇੱਥੇ ਨਹੀਂ, ਇਹ ਤੁਸੀਂ ਜੋ ਕੁਝ ਕਰਨਾ ਆਪਣੇ ਘਰ ਜਾ ਕੇ ਕਰਿਓ। ਇੱਥੇ ਸਾਡਾ ਨਿਯਮ ਚੱਲਦਾ ਹੈ, ਇੱਥੇ ਅਸੀਂ ਦਵਾ ਦਾਰੂ ਦੇ ਮੁਤਾਬਕ ਹੀ ਜੋ ਕੀਤਾ ਜਾਣਾ ਉਹ ਕਰਦੇ ਹਾਂ। ਅਤੇ ਚੇਤਾ ਰੱਖਣਾ, ਜੇ ਉੱਥੇ ਕੇਵਲ ਇੱਕ ਵਿਗਿਆਨਕ ਨਿਯਮ ਚੱਲਦਾ ਹੈ ਨਾ, ਅਤੇ ਇੱਥੇ ਰੂਹਾਨੀਅਤ ਨਿਯਮ ਚੱਲਦਾ ਹੈ। ਨਿਯਮ ਦੋਨੋਂ ਆਪਣੇ ਥਾਂ ਪ੍ਰਪੱਕ ਨੇ। ਅਸੀਂ ਵਿਗਿਆਨਕ ਨਿਯਮ ਦੀ ਉਲੰਘਣਾ ਨਹੀਂ ਕਰਦੇ, ਕਿਉਂਕਿ ਉਹਦਾ ਵੀ ਪ੍ਰਕਿਰਤੀ ਕੁਦਰਤ ਦੇ ਨਾਲ ਸਾਧਨ ਹੈ, ਅਤੇ ਉਹ ਸਾਧਿਆ ਹੋਇਆ ਹੈ। ਉਹ ਆਪਣੀ ਜਗ੍ਹਾ 'ਤੇ ਇੱਕ ਉਹਦੀ ਆਪਣੀ ਧਾਰਾ ਹੈ, ਉਹਦੇ ਆਪਣੀ ਇੱਕ ਸੀਮਾਵਾਂ ਨੇ, ਉਹਦੇ ਆਪਣੀ ਪਾਬੰਦੀਆਂ ਨੇ, ਹੱਦਾਂ ਨੇ। ਅਤੇ ਚੇਤਾ ਰੱਖਣਾ, ਜਿਹੜਾ ਥਾਂ ਸਾਨੂੰ ਮਿਲੇ ਇਹ ਰੂਹਾਨੀਅਤ ਦਾ ਮੁਕਾਮ ਹੈ। ਇੱਥੇ ਅਸੀਂ ਸਰੀਰਾਂ ਦੀ ਗੱਲ ਕਰਦੇ ਹੀ ਘੱਟ ਹਾਂ। ਇੱਥੇ ਆਪਾਂ ਕਦੇ ਕਿਸੇ ਤੋਂ ਵੱਡੇ ਛੋਟੇ ਨਾਦਾਨ ਬੰਦੇ ਤੋਂ ਵੀ ਇੱਥੇ ਕਦੇ ਕਿਸੇ ਦੇ ਸਰੀਰ ਦੀ ਵਿਆਖਿਆ ਵੀ ਦੇਖੋ ਫਲਾਣੇ ਸੰਗਤ ਹੈ, ਬੰਦਾ ਕਾਲਾ ਸੀ, ਇਹਨੂੰ ਚੁੱਕ ਦਿਓ, ਇਹਨੂੰ ਨਾ ਬੈਠਣ ਦਿਓ, ਗਰੀਬ ਹੈ, ਇਹ ਬਹੁਤ ਅਮੀਰ, ਇਹਦੇ ਵਾਸਤੇ ਉੱਚੀ ਵਿਛਾਈ ਕਰ ਦਿਓ। ਨਾ ਭਾਈ, ਸਤਿਗੁਰੂ ਦੀ ਸੰਗਤ ਵਿੱਚ ਐਸਾ ਕੁਛ ਨਹੀਂ ਹੈ। ਅਤੇ ਜੇ ਕਿਸੇ ਨੇ ਐਸਾ ਕਦੇ ਕੀਤਾ ਹੈ ਅਤੇ ਫਿਰ ਉਹ ਨਾਦਾਨ ਹੈ, ਸਤਿਗੁਰੂ ਦੀ ਸੰਗਤ ਤੱਕ ਪਹੁੰਚ ਹੀ ਨਹੀਂ, ਪਤਾ ਹੀ ਨਹੀਂ ਉਹਨੂੰ ਸਤਿਗੁਰੂ ਕੀ। ਇੱਥੇ ਤਾਂ ਇੱਕੋ ਹੀ ਗੱਲ ਹੈ ਭਾਈ, ਜੈਸੇ ਵੀ ਹੋ ਬਹਿ ਜਾਓ, ਜਿੱਥੇ ਵੀ ਥਾਂ ਮਿਲਦਾ ਜੇ ਬਹਿ ਜਾਓ, ਸਰੀਰ ਨੂੰ ਤਾਂ ਟਿਕਾ ਦਿਓ ਅਤੇ ਆਪਣੀ ਗੱਲ ਸ਼ੁਰੂ ਕਰ ਲਓ। ਇੱਥੇ ਆਪਣੀ ਗੱਲ ਕਰੋ, ਇੱਥੇ ਸਤਿਗੁਰੂ ਨਾਲ ਆਪਣੀ ਗੱਲ ਕਰੀਏ। ਸਤਿਗੁਰੂ ਬੜਾ ਪਿਆਰਾ ਬਚਨ ਹੈ, ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ। ਹੁਣ ਇੱਥੇ ਬਹਿ ਜਾਓ ਅਤੇ ਆਪਣੇ ਜੀਵ ਵਿੱਚ ਜੋ ਕੁਝ ਵੀ ਹੈ, ਸਾਡੇ ਤੁਹਾਡੇ ਹਰ ਇੱਕ ਦੇ ਕੁਛ ਨਾ ਕੁਛ ਤਾਂ ਹੈ ਨਾ, ਅਤੇ ਆਪਣੇ ਗੁਰੂ ਨੂੰ ਕਹਿ ਦਈਏ, ਸੱਚੇ ਪਾਤਸ਼ਾਹ ਆਹ ਗੱਲ ਹੈ। ਇਹਦੇ ਵਿੱਚ ਤਲਾਸ਼ ਕਰਦੇ ਹਾਂ ਐਸੇ ਅਭਿਆਸੀਆਂ ਦੀ, ਐਸੇ ਗੁਰਮੁਖਾਂ ਦੀ, ਜਿਹੜੇ ਵਾਕਿਆ ਹੀ ਗੁਰੂ ਕੇ ਦਰਸ਼ਨ 'ਤੇ ਪਹੁੰਚੇ ਨੇ।
ਜਿਨ੍ਹਾਂ ਦੇ ਬਾਬਤ ਅੱਜ ਮਹਾਰਾਜ ਨੇ ਬਚਨ ਵੀ ਕੀਤਾ ਹੈ, ਜਿਹੜੇ ਦੀਨ ਬਣੇ ਅਤੇ ਦੀਨ ਬਣਨ ਤੋਂ ਬਾਅਦ ਜਿਨ੍ਹਾਂ ਦੇ ਦੁੱਖ ਮਿਟੇ, ਉਹਨਾਂ ਦੇ ਦਰਸ਼ਨ ਕੈਸੇ ਹੋਣਗੇ। ਅੱਜ ਮਹਾਰਾਜ ਕਹਿਣ ਲੱਗੇ ਫਿਰ ਉਹਨਾਂ ਤੋਂ ਤਜਰਬਾ ਸੁਣ ਲੈਂਦੇ। ਗੁਰਮੁਖ ਦਾ ਤਜਰਬਾ ਹੀ ਸੀ। ਅਸੀਂ ਬੜੀ ਵਾਰ ਗਿਆਨੀਆਂ ਦੇ ਤਜਰਬੇ ਸੁਣੇ ਹੋਣਗੇ, ਵਿਦਵਾਨਾਂ ਨੂੰ ਸੁਣਿਆ ਹੋਵੇਗਾ, ਕਿਤੇ ਗੁਰਮੁਖ ਨੂੰ ਸੁਣ ਲਈਏ। ਅਤੇ ਗੁਰਮੁਖ ਕਹਿੰਦੇ ਨੇ, ਹਉ ਜੀਵਾ ਹਉ ਜੀਵਾ, ਮੈਂ ਤਾਂ ਜਿਉਂਦਾ ਹਾਂ, ਮੈਂ ਤਾਂ ਜੀ ਰਿਹਾ ਭਾਈ, ਮੈਨੂੰ ਤਾਂ ਜੀਵਨ ਮਿਲ ਗਿਆ। ਤੈਨੂੰ ਜੀਵਨ ਕਿੱਦਾਂ ਮਿਲ ਗਿਆ? ਅਸੀਂ ਤਾਂ ਔਖੇ ਸੌਖੇ ਸਾਹ ਲੈ ਕੇ ਟਪਾ ਰਹੇ ਹਾਂ। ਕਹਿਣ ਲੱਗੇ, ਹਉ ਜੀਵਾ ਸਤਿਗੁਰ ਦੇਖ, ਮੈਂ ਤਾਂ ਸਤਿਗੁਰੂ ਨੂੰ ਦੇਖ ਕੇ ਜੀ ਰਿਹਾ। ਸਤਿਗੁਰੂ ਦੇਖ ਕਿੱਦਾਂ ਜੀ ਰਿਹਾ? ਕਹਿਣ ਲੱਗੇ, ਸਰਸੇ ਰਸ ਨਾਲ ਭਰਿਆ ਹੋਇਆ ਮੈਂ ਤਾਂ ਜੀ ਰਿਹਾ। ਆਪਣੇ ਸਤਿਗੁਰੂ ਦੇ ਦਰਸ਼ਨ ਕਰਕੇ ਜੀ ਰਿਹਾ, ਔਰ ਜੀ ਹੀ ਨਹੀਂ ਰਿਹਾ ਬਲਕਿ ਰਸ ਨਾਲ ਭਰਿਆ ਹੋਇਆ। ਜਿਹੜਾ ਸਤਿਗੁਰੂ ਨੂੰ ਦੇਖਦਾ ਹੈ ਰਸ ਨਾਲ ਭਰ ਜਾਂਦਾ ਹੈ। ਦੂਜੇ ਪਾਸੇ ਤੋਂ ਗੱਲ ਕਹਿਣੀ ਹੋਵੇ ਨਾ, ਕਿਵੇਂ ਪਹਿਚਾਨ ਕਰੀ ਕਿ ਇਹਨੇ ਸਤਿਗੁਰੂ ਦੇ ਦਰਸ਼ਨ ਕੀਤੇ ਨੇ, ਇਹਦੇ ਜੀਵਨ ਵਿੱਚ ਰਸ ਹੋਵੇਗਾ। ਆ ਸਾਡੀ ਬਹੁ ਗਿਣਤੀ ਜੋ ਕਹਿੰਦੇ ਹਾਂ ਅਸੀਂ ਆਹ ਕੀਤਾ, ਅਸੀਂ ਆਹ ਕੀਤਾ, ਅਸੀਂ ਆਹ ਕੀਤਾ, ਪਰ ਜਦੋਂ ਕਿਤੇ ਉਹਨਾਂ ਨਾਲ ਗੱਲਬਾਤ ਕਰਨ ਦਾ ਵਕਤ ਮਿਲਦਾ ਹੈ ਤਾਂ ਬੇਰਸੀ ਹੈ। ਜੀਵਨ ਵਿੱਚ ਬੇਰਸੀ, ਪਰਿਵਾਰ ਵਿੱਚ ਬੇਰਸੀ। ਅਤੇ ਉਂਝ ਕਹਿੰਦਾ ਮੈਂ ਬਹੁਤ ਕੁ ਜਾਪ ਤਾਪ ਪੁੰਨ ਪੂਜਾ ਪਾਠ ਕਰਦਾ ਹੋਵੇਗਾ ਭਾਈ, ਪਰ ਤੈਨੂੰ ਸਤਿਗੁਰੂ ਤੇ ਨਹੀਂ ਮਿਲੇ ਨਾ ਅਜੇ ਤੱਕ, ਕਿਉਂਕਿ ਤੇਰੇ ਜੀਵਨ 'ਚ ਰਸ ਤੇ ਆਇਆ ਹੀ ਕੋਈ ਨਹੀਂ। ਜੇ ਸਤਿਗੁਰੂ ਮਿਲੇ ਹੁੰਦੇ ਅਤੇ ਹਿਰਦੇ 'ਚ ਕਿਤੇ ਨਾਮ ਦੀ ਕਣੀ ਵਸੀ ਹੁੰਦੀ ਤਾਂ ਤੇਰੇ ਜੀਵਨ 'ਚ ਰਸ ਹੁੰਦਾ। ਅਸੀਂ ਸੰਸਾਰ ਦੇ ਬਾਜ਼ਾਰਾਂ 'ਚ ਵਿਚਰਦੇ ਨਾ, ਕਦੇ ਕਦੇ ਅਸੀਂ ਫਲ ਖਰੀਦਣ ਜਾਂਦੇ, ਫਲ ਮੰਡੀ 'ਚ, ਅਤੇ ਫਲਾਂ ਨੂੰ ਵੇਚਣ ਵਾਲਾ ਉੱਚੀ ਉੱਚੀ ਆਵਾਜ਼, ਰਸ ਭਰੇ ਨੇ, ਰਸ ਨਾ ਭਰੇ ਨੇ, ਰਸ ਨਾ ਭਰੇ ਨੇ। ਅਤੇ ਅਸੀਂ ਵੀ ਜਦੋਂ ਕੋਈ ਫਲ ਖਰੀਦਦੇ ਹਾਂ 10 ਵਾਰ ਟੋਹ ਕੇ ਦੇਖਦੇ ਹਾਂ ਵੀ ਹਾਂ ਠੀਕ ਹੈ, ਸੋਕੇ ਦਾ ਮਾਰਿਆ ਤਾਂ ਨਹੀਂ ਹੈ, ਰਸ ਭਰਪੂਰ ਹੈ, ਮਿਠਾਸ ਹੈ, ਕੀ 'ਚ ਮਿਠਾਸ ਹੈ, ਕੀ ਰਸ ਹੈ, ਅਤੇ ਫਿਰ ਅਸੀਂ ਖਰੀਦ ਲੈਂਦੇ ਹਾਂ। ਅਤੇ ਕਈ ਵਾਰ ਅਸੀਂ ਨਾਦਾਨੀ ਦੇ ਨਾਲ ਸਸਤਾ ਸਮਝ ਕੇ ਲੈ ਆਉਂਦੇ ਹਾਂ। ਘਰ ਆ ਕੇ ਦੇਖਿਆ ਨਾ ਤਾਂ ਉਹਦੇ 'ਚ ਕੋਈ ਰਸ ਹੁੰਦਾ ਹੈ ਅਤੇ ਨਾ ਉਹਦੇ 'ਚ ਕੋਈ ਮਿਠਾਸ ਹੁੰਦੀ ਹੈ। ਰਸ ਵੀ ਕੋਈ ਨਹੀਂ, ਮਿਠਾਸ ਵੀ ਕੋਈ ਨਹੀਂ, ਉਹਦਾ ਆਕਾਰ ਵੀ ਕੋਈ ਬਹੁਤ ਵਧੀਆ ਨਹੀਂ ਹੁੰਦਾ। ਇੱਕ ਅੰਗਰੇਜ਼ੀ ਵਾਲੀ ਸ਼ਬਦ ਹੈ ਗਲੋ, ਉਹ ਗਲੋ ਵੀ ਨਹੀਂ ਕਰਦਿਆ ਹੁੰਦਾ, ਮੁਰਝਾਇਆ ਹੁੰਦਾ ਹੈ। ਫਿਰ ਸਿਆਣੇ ਕਹਿੰਦੇ ਨੇ ਭਾਈ ਗਲਤੀ ਕੀਤੀ, ਇਹ ਤਾਂ ਸੋਕੇ ਦਾ ਮਾਰਿਆ ਸੀ। ਹੈ ਤੇ ਫਲ ਉਹ ਹੀ, ਪਰ ਸੋਕੇ ਦਾ ਮਾਰਿਆ ਸੀ। ਇਹਦਾ ਮਤਲਬ ਸੋਕੇ ਦਾ ਮਾਰੇ ਹੋਏ ਫਲ ਵਿੱਚ ਰਸ ਨਹੀਂ ਹੁੰਦਾ। ਜੇ ਸੋਕੇ ਦੇ ਮਾਰੇ ਫਲ ਨੂੰ ਅਸੀਂ ਚੁੱਕ ਲਿਆ, ਖਾਣ ਦੀ ਕੋਸ਼ਿਸ਼ ਕੀਤੀ, ਉਹ 'ਚੋਂ ਮਿਠਾਸ ਵੀ ਨਹੀਂ ਹੋਵੇਗੀ, ਉਹਦੇ 'ਚ ਰਸ ਵੀ ਨਹੀਂ ਹੋਵੇਗਾ। ਅਤੇ ਚੇਤਾ ਰੱਖਣਾ, ਜੇ ਉਹਨੂੰ ਭਰਪੂਰਨ ਜਲ ਮਿਲਿਆ ਹੋਵੇ, ਪਾਣੀ ਖਾਦ ਮਿਲੀ ਹੋਵੇ ਅਤੇ ਰਸ ਭਰਿਆ ਹੋਵੇਗਾ ਨਾ, ਅਤੇ ਜੀਵਨ ਦੇ ਵਿੱਚ ਰਸ ਨਾ ਹੋਵੇ ਅਤੇ ਫਿਰ ਕੀ ਕਹਿਣਾ ਪਏਗਾ? ਸੋਕਾ ਪਿਆ, ਇਹਦੇ ਜੀਵਨ 'ਚ ਸੋਕਾ ਪਿਆ। ਕਾਹਦਾ ਸੋਕਾ ਹੈ? ਕਿ ਰੋਟੀ ਨਹੀਂ ਮਿਲਦੀ, ਮਿਲੀ ਹੈ, ਪਾਣੀ ਨਹੀਂ ਮਿਲਿਆ, ਰਜਵਾ ਮਿਲਦਾ ਹੈ, ਸੌਣ ਨੂੰ ਬਿਸਤਰ, ਭੋਜਨ ਪਦਾਰਥ ਘਰ ਵੀ ਹੈਗਾ, ਪਰ ਫਿਰ ਵੀ ਜੀਵਨ 'ਚ ਰਸ ਕਿਉਂ ਨਹੀਂ ਹੈ? ਕਿਉਂਕਿ ਇਹਦੇ ਜੀਵਨ 'ਚ ਨਾਮ ਰਸ ਨਹੀਂ ਹੈ, ਇਹਦੇ ਜੀਵਨ ਵਿੱਚ ਨਾਮ ਦੀ ਬਰਕਤ ਨਹੀਂ ਹੈ। ਯਤਨ ਕਰੀਏ ਇੱਥੇ ਬੈਠ ਕੇ ਅਸੀਂ ਨਾਮ ਦੇ ਮੁਕਾਮ ਤੱਕ ਪਹੁੰਚ ਸਕੀਏ ਅਤੇ ਸਾਡੇ ਜੀਵਨ ਵਿੱਚ ਵੀ ਕਿਤੇ ਰਸ ਭਰ ਜਾਏ, ਕਿਉਂਕਿ ਆਏ ਤਾਂ ਇਸੇ ਕਰਕੇ ਹੀ ਆ। ਆ ਜੋ ਜੀਵਨ ਪ੍ਰਾਪਤ ਇਸੇ ਕਰਕੇ ਹੋਇਆ। ਕਿਤਨੀ ਵਾਰ ਕਿਹਨੂੰ ਇਹ ਜੀਵਨ ਮਿਲਿਆ ਹੋਏਗਾ ਅਸੀਂ ਦਾਅਵਾ ਨਹੀਂ ਕਰ ਸਕਦੇ। ਅਸੀਂ ਇਹ ਨਾ ਦਾਅਵਾ ਕਰ ਸਕਦੇ ਕਿ ਮੈਨੂੰ ਪਹਿਲੀ ਵਾਰ ਮਿਲਿਆ, ਅਤੇ ਅਸੀਂ ਨਾ ਇਹ ਦਾਅਵਾ ਕਰ ਸਕਦੇ ਕਿ ਆਖਰੀ ਵਾਰ ਹੈ। ਪਰ ਫਿਰ ਵੀ ਜਿਤਨੇ ਅੱਜ ਤੱਕ ਦੇ ਸਿਆਣੇ ਵਿਦਵਾਨ ਨੇ ਉਹ ਕਹਿੰਦੇ ਨੇ ਕਿ ਤੂੰ ਮੰਨ ਕੇ ਚੱਲ ਕੇ ਇਹ ਜੀਵਨ ਤੈਨੂੰ ਆਖਰੀ ਵਾਰ ਮਿਲਿਆ, ਔਰ ਇਸੇ ਜੀਵਨ ਦੇ ਵਿੱਚ ਤੂੰ ਸਿੱਝ ਜਾਣਾ ਹੈ। ਬੜਾ ਪਿਆਰਾ ਬਚਨ ਮਹਾਰਾਜ ਦਾ, ਆਗਾਹਾਂ ਕੋ ਤਰਾਂਗ, ਤੂੰ ਅੱਗੇ ਵੱਲ ਦੇਖ, ਪਿੱਛਾ ਫੇਰ ਨਾ ਮੋਢੜਾ, ਮੂੰਹ ਘੁਮਾ ਕੇ ਪਿੱਛੇ ਨਾ ਦੇਖ। ਪਿੱਛੇ ਦੇਖਣਾ ਸਿਆਣੇ ਕਹਿੰਦੇ ਨਾ ਗਿੱਦੜ ਦੀ ਆਦਤ ਹੁੰਦੀ ਹੈ, ਕਾਇਰ ਹੁੰਦਾ ਹੈ।
ਜਦੋਂ ਕਿਤੇ ਜਿਨ੍ਹਾਂ ਜੰਗਲਾਂ ਬੇਲਿਆਂ 'ਚ ਵਿਚਰਦਿਆਂ ਦੇਖਿਆ ਹੋਵੇਗਾ, ਉਹਨੂੰ ਪਤਾ ਕਿ ਜੋ ਗਿੱਦੜ ਦੌੜਦਾ ਹੈ ਨਾ, ਉਹ 10-20 ਕਦਮ ਦੌੜ ਕੇ ਪਿੱਛੇ ਘੁੰਮ ਕੇ ਦੇਖਦਾ ਹੈ, ਕੋਈ ਆ ਤਾਂ ਨਹੀਂ ਰਿਹਾ। ਅਤੇ ਜੇ ਦੂਰ ਤੱਕ ਕੋਈ ਨਾ ਦਿਸੇ ਫਿਰ ਖਲੋ ਜਾਂਦਾ, ਢੀਠ ਜੂ ਹੋਇਆ। ਕਾਇਰਤਾ ਵੀ ਹੁੰਦੀ ਅਤੇ ਢੀਠਤਾ ਵੀ ਹੁੰਦੀ ਆ। ਜੇ ਪਿੱਛੇ ਕੋਈ ਨਜ਼ਰ ਨਾ ਆਵੇ ਤਾਂ ਖਲੋ ਜਾਂਦਾ, ਅਤੇ ਜੇ ਕੋਈ ਨਜ਼ਰ ਆ ਜਾਏ ਤਾਂ ਦੌੜ ਜਾਂਦਾ। ਆ ਮਨਮੁਖ ਇੱਦਾਂ ਹੀ ਕਰਦੇ ਨੇ, ਆ ਕਾਇਰ ਲੋਕ, ਢੀਠ ਲੋਕ ਇੱਦਾਂ ਹੀ ਕਰਦੇ ਨੇ। ਜੇ ਕੋਈ ਡਾਟਾ ਮਿਲ ਗਿਆ ਤਾਂ ਭੱਜਦੇ ਨੇ, ਜੇ ਮੁੜ ਜੇ ਤਾਂ ਫਿਰ ਉੱਥੇ ਆ ਕੇ ਉਹੀ ਗੱਲਾਂ ਕਰਨ ਲੱਗ ਪੈਂਦੇ। ਜਿਨ੍ਹਾਂ ਕਾਰਨਾਂ ਕਰਕੇ ਦੌੜੇ ਸੀ, ਮਾਰ ਖਾਧੀ ਸੀ, ਢੀਠਤਾ ਦੇ ਨਾਲ ਫਿਰ ਉਹੀ ਕੰਮ ਕਰਨ ਲੱਗ ਪੈਂਦੇ ਨੇ। ਅਤੇ ਦੂਜੇ ਪਾਸੇ ਇੱਕ ਸਿੰਘ ਸਰੂਪ ਦਾ ਦਰਸ਼ਨ ਵੀ ਹੈਗਾ। ਉਹ ਜਿੱਧਰ ਨੂੰ ਜਾਂਦਾ ਅੱਗੇ ਨੂੰ ਜਾਂਦਾ, ਉਹ ਪਿੱਛੇ ਭੌਂ ਕੇ ਨਹੀਂ ਦੇਖਦਾ ਵੀ ਕੌਣ ਪਿੱਛੇ ਆ ਰਿਹਾ, ਨਹੀਂ, ਉਹ ਅੱਗੇ ਜਾਂਦਾ। ਮਹਾਰਾਜ ਕਹਿਣ ਲੱਗੇ, ਜ਼ਿੰਦਗੀ ਇਸੇ ਕਰਕੇ ਦਸ਼ਮੇਸ਼ ਨੇ ਸਾਨੂੰ ਸਿੰਘ ਸਰੂਪ ਦਿੱਤਾ ਹੈ। ਅਸੀਂ ਕੇਵਲ ਕੱਪੜਿਆਂ ਦੇ ਸਿੰਘ ਨਹੀਂ ਹਾਂ, ਇਹ ਕਾਗਜ਼ੀ ਸ਼ੇਰ ਨਾ ਬਣੀਏ, ਅਸਲੀਅਤ ਸ਼ੇਰ ਬਣੀਏ। ਅਤੇ ਅਸਲੀ ਸਿੰਘ ਸਰੂਪ ਉਹ ਹੁੰਦਾ ਹੈ ਜਿਹਦੇ ਬੋਲਾਂ 'ਚ ਗਰਜਨਾ ਹੋਵੇ, ਜਿਹਦੇ ਜੀਵਨ 'ਚ ਰਸ ਹੋਵੇ, ਆਨੰਦ ਹੋਵੇ, ਬੇਪਰਵਾਹੀ ਹੋਵੇ, ਲਾਪਰਵਾਹ ਨਾ ਹੋਵੇ ਪਰ ਬੇਪਰਵਾਹ ਜ਼ਰੂਰ ਹੋਵੇ। ਅਸੀਂ ਬਹੁਤੇ ਜੀ ਲਾਪਰਵਾਹ ਹਾਂ, ਹਰ ਕੰਮ 'ਚ ਲਾਪਰਵਾਹੀ, ਘਰ ਪਰਿਵਾਰ 'ਚ ਲਾਪਰਵਾਹੀ, ਦਫ਼ਤਰ 'ਚ ਲਾਪਰਵਾਹੀ, ਕਿਤੇ ਵੇਖ ਲਓ ਲਾਪਰਵਾਹੀ ਦਾ ਆਲਮ ਸਾਡੇ ਆਲੇ ਦੁਆਲੇ ਪਿਆ ਹੈ। ਕਿਸੇ ਵਿਦਿਆਰਥੀ ਨੂੰ ਦੇਖੋ ਕਿਤਾਬਾਂ ਖਿਲਰੀਆਂ ਪਈਆਂ, ਘਰ ਜਾ ਕੇ ਦੇਖੋ ਖਿਲਾਰੇ ਪਏ ਹੋਏ ਨੇ ਲੋਕਾਂ ਦੇ, ਕਿਉਂਕਿ ਲਾਪਰਵਾਹੀ ਹੈ ਨਾ। ਅਸੀਂ ਲਾਪਰਵਾਹ ਮਤ ਬਣੀ। ਹਰ ਚੀਜ਼ ਸਲੀਕੇ ਦੇ ਮੁਤਾਬਕ ਟਿਕਾਣੇ 'ਤੇ ਹੋਣੀ ਚਾਹੀਦੀ ਹੈ, ਪਰ ਚੇਤਾ ਰੱਖਣਾ ਬੇਪਰਵਾਹੀ ਹੋਵੇ। ਮਹਾਰਾਜ ਦਾ ਪਿਆਰਾ ਬਚਨ ਨਾ, ਪ੍ਰਵਾਹ ਨਾ ਹੀ ਕਿਸੇ ਕੇਰੀ, ਬੇਪਰਵਾਹੀ ਹੋਵੇ ਪਰ ਲਾਪਰਵਾਹੀ ਨਾ ਹੋਵੇ। ਮਹਾਰਾਜ ਕਹਿਣ ਲੱਗੇ, ਬੇਪਰਵਾਹ ਹੋ ਕੇ ਸਿੱਧਾ ਚੱਲ, ਆਗਾਹਾਂ ਕੋ ਤਰਾਂਗ, ਪਿੱਛਾ ਫਿਰ ਨਾ ਮੋਢੜਾ। ਨਾਨਕ ਸਿੱਝ ਇਵੇਂ ਹਵਾਰ, ਆ ਤੈਨੂੰ ਜੀਵਨ ਮਿਲਿਆ, ਇਸੇ ਜੀਵਨ ਵਿੱਚ ਸਫਲ ਹੋ ਜਾ। ਸਿੱਝ ਇਵੇਂ ਹਵਾਰ, ਬਹੁਰ ਨਾ ਹੋਵੇ ਜਨਮੜਾ, ਤਾਂ ਕਿ ਦੁਬਾਰਾ ਤੈਨੂੰ ਜਨਮ ਲੈ ਕੇ ਇੱਥੇ ਇਹਨਾਂ ਧੱਕਿਆਂ ਧੋੜਿਆਂ 'ਚ ਫਿਰ ਆਉਣਾ ਹੀ ਨਾ ਪਵੇ, ਫਿਰ ਤੈਨੂੰ ਇਹ ਦੁੱਖਾਂ ਕਲੇਸ਼ਾਂ 'ਚ ਵਰਤਣਾ ਹੀ ਨਾ ਪਵੇ। ਇਸ ਕਰਕੇ ਕਦੇ ਕਦੇ ਅਸੀਂ ਪੜ੍ਹਦੇ ਹੁੰਦੇ ਹਾਂ। ਆਮ ਤੌਰ 'ਤੇ ਪ੍ਰਕਾਸ਼ ਦੇ ਸਮੇਂ ਜਦੋਂ ਮਹਾਰਾਜ ਦਾ ਪ੍ਰਕਾਸ਼ ਕੀਤਾ ਜਾਂਦਾ ਹੈ, ਕਈ ਤਾਂ ਸਵਈਆਂ ਦਾ ਪਾਠ ਕਰਦੇ ਨਾ ਦਰਬਾਰ ਸਾਹਿਬ ਵਾਂਗ, ਅਤੇ ਜਿਹੜੇ ਸਵਈਆਂ ਦਾ ਪਾਠ ਨਹੀਂ ਕਰ ਸਕਦੇ ਉਹ ਪੜ੍ਹਦੇ ਹੁੰਦੇ, ਦਰਸ਼ਨ ਦੇਖ ਜੀਵਾਂ ਗੁਰ ਤੇਰਾ। ਸਾਰੇ ਆਪਾਂ ਤੱਕ ਪੜ੍ਹਦੇ ਹੋਵਾਂਗੇ, ਯਾਦ ਹੋਏਗਾ, ਨਹੀਂ ਤੇ ਸੁਣਿਆ ਤੇ ਬਹੁਤਾਤ ਵਿੱਚ ਹੋਏਗਾ ਨਾ। ਦਰਸ਼ਨ ਦੇਖ ਜੀਵਾ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਇੱਕ ਬੇਨਤੀ ਕਰਾਂ, ਦੇਖ ਕੇ ਜੀਵਨ ਕਿਵੇਂ ਮਿਲਦਾ ਹੈ। ਸਿਆਣੇ ਮੰਨਦੇ ਨੇ ਜੀਵਨ ਦੇ ਕਈ ਪੱਧਰ ਨੇ, ਲੇਅਰਸ, ਮੈਨੀ ਲੇਅਰਸ। ਸਾਡੇ ਜੀਵਨ ਦੇ ਕਈ ਪੱਧਰ ਨੇ, ਮੋਟੇ ਮੋਟੇ 3 ਨੇ, ਸਰੀਰਿਕ ਹੈ, ਮਾਨਸਿਕ ਹੈ ਅਤੇ ਆਤਮਿਕ ਹੈ। ਸਰੀਰਕ ਜੀਵਨ ਜਿਹੜਾ ਹੈ ਭੋਜਨ ਪ੍ਰਸ਼ਾਦ 'ਤੇ ਟਿਕਿਆ ਹੋਇਆ ਹੈ। ਜੇ ਕਿਸੇ ਨੂੰ ਭੋਜਨ ਨਾ ਮਿਲੇ ਤਾਂ ਸਰੀਰਕ ਜੀਵਨ ਦਾ ਨਸ਼ਟ ਹੋਣ ਦਾ ਖਤਰਾ ਰਹਿੰਦਾ ਹੈ। ਔਰ ਜਿਹੜੇ ਕੇਵਲ ਸਰੀਰਕ ਜੀਵਨ 'ਤੇ ਹੀ ਟਿਕੇ ਹੋਏ ਨੇ, ਉਹਨਾਂ ਨੂੰ ਕੁਝ ਸਮੇਂ ਭੋਜਨ ਨਾ ਮਿਲੇ ਤੇ ਮਰਦੇ ਨੇ, ਪਾਣੀ ਨਾ ਮਿਲੇ ਤੇ ਮਰਦੇ ਨੇ। ਦੂਸਰੇ ਪੱਧਰ ਦੇ ਲੋਕ ਹੁੰਦੇ ਨੇ ਜੋ ਮਾਨਸਿਕ ਮੰਡਲ 'ਤੇ ਟਿਕਦੇ ਨੇ, ਉਹਨਾਂ ਨੂੰ ਥੋੜ੍ਹਾ ਜਿਹਾ ਉਹ ਭੋਜਨ ਦਾ ਤਿਆਗ ਕਰ ਸਕਦੇ ਨੇ। ਉਹ ਕੁਝ ਦਿਨ ਭੋਜਨ ਤੋਂ ਬਿਨਾਂ ਜੀ ਸਕਦੇ ਨੇ, ਜੀਵਟ ਹੁੰਦਾ ਉਹਨਾਂ ਦੇ ਕੋਲ। ਆ ਵੇਖਿਆ ਹੋਣਾ ਨਾ, ਮੈਂ ਨਾਂ ਨਹੀਂ ਵਰਤਣਾ, ਭੁੱਖ ਹੜਤਾਲ ਕਈ ਦਿਨ ਦੀ ਲੋਕ ਕਰ ਲੈਂਦੇ ਨੇ। ਪਤਾ ਕਿ ਉਹ ਮਾਨਸਿਕ ਮੰਡਲ 'ਤੇ ਜੀਉਂਦੇ ਨੇ, ਜੀਵਟ ਹੁੰਦਾ ਹੈ, ਸੰਕਲਪ ਦ੍ਰਿੜ ਹੁੰਦਾ ਹੈ। ਉਹ 1 ਦਿਨ 2 ਦਿਨ 4 ਦਿਨ 10 ਦਿਨ ਤੱਕ ਭੋਜਨ ਨਾ ਖਾਣ 'ਤੇ ਚੱਲਦੇ ਰਹਿੰਦੇ ਨੇ। ਬਹੁਤ ਵੱਡੇ ਵੱਡੇ ਜੀਵਨ 'ਚ ਅਸੀਂ ਵੇਖਿਆ ਹੈ, ਸਾਡੇ ਘਰਾਂ 'ਚ ਭੁੱਖ ਹੜਤਾਲ ਕਰਕੇ ਇੱਕ ਵਿਅਕਤੀਤਵ ਦੀ ਸ਼ਹਾਦਤ ਹੋਈ ਹੈ। ਅਸੀਂ ਫੇਰੂਮਾਨ, ਭਾਈ ਦਰਸ਼ਨ ਸਿੰਘ ਫੇਰੂਮਾਨ ਕਹੇ ਨੇ ਨਾ, ਕਈ ਦਿਨ ਦੇ ਲਗਾਤਾਰ ਭੋਜਨ ਦੇ ਤਿਆਗ ਤੋਂ ਬਾਅਦ ਵੀ ਜੀਵਿਤ ਰਹੇ ਨੇ, ਹੋਸ਼ੋ ਹਵਾਸ ਵਿੱਚ ਰਹੇ ਨੇ। ਔਰ ਵਕਤ ਦੀਆਂ ਸਰਕਾਰਾਂ ਵੀ ਆ ਕੇ ਤਮਾਮ ਪ੍ਰਕਾਰ ਦੀਆਂ ਗੱਲਾਂ ਬਾਤਾਂ ਕਰਦੀਆਂ ਰਹੀਆਂ। ਭੋਜਨ ਤੋਂ ਬਿਨਾਂ ਜੀਵਿਆ ਜਾ ਸਕਦਾ ਹੈ ਕੁਛ ਦਿਨ। ਤੀਸਰੇ ਲੈਵਲ 'ਤੇ ਇੱਕ ਹੋਰ ਜੀਵਨ ਹੁੰਦਾ ਹੈ ਜਿਹਨੂੰ ਅਸੀਂ ਆਤਮਿਕ ਜੀਵਨ ਕਹਿੰਦੇ ਹਾਂ। ਉੱਥੇ ਜਾ ਕੇ ਭੋਜਨ ਮਿਲੇ ਅਤੇ ਭਾਵੇਂ ਨਾ ਮਿਲੇ, ਤਦ ਵੀ ਜੀਵਨ ਉਸੇ ਤਰ੍ਹਾਂ
ਮੁਸਕਰਾਉਂਦਾ ਰਹਿੰਦਾ ਹੈ। ਇਹ ਠੀਕ ਹੈ ਕਿ ਤੀਸਰੇ ਲੈਵਲ ਦੇ ਜੀਵਨ ਦੇ ਜਿਉਣ ਵਾਲੇ ਮਨੁੱਖ, ਜੋ ਮਨੁੱਖੀ ਜਾਮੇ 'ਚ ਹੁੰਦੇ ਨੇ, ਭੋਜਨ ਛਕਦੇ ਨੇ ਕਿਉਂਕਿ ਉਹਨਾਂ ਸਾਡੇ 'ਚ ਵਿਚਰਨਾ ਹੁੰਦਾ ਹੈ, ਸਾਡੇ ਵਾਸਤੇ ਭੋਜਨ ਛਕਦੇ ਨੇ। ਉਹ ਲੋਕਾਂ ਆਪਣੇ ਲਈ ਭੋਜਨ ਨਹੀਂ ਛਕਦੇ, ਉਹ ਭੋਜਨ ਛਕਦੇ ਨੇ ਸਾਡੇ ਲਈ, ਤਾਂ ਕਿ ਇਹ ਦੇਖਣ ਵਾਲੇ, ਜਿਹੜੇ ਮਿਲਣ ਵਾਲੇ, ਆਉਣ ਜਾਣ ਵਾਲੇ ਨੇ, ਇਹ ਕਹਿ ਸਕਣ ਕਿ ਹਾਂ ਬਾਬਾ ਜੀ ਭੋਜਨ ਛਕਦੇ ਨੇ, ਭਈ ਗਿਆਨੀ ਨੇ ਭੋਜਨ ਛਕਿਆ। ਤਸੱਲੀ ਜੀ ਹੁੰਦੀ ਨਾ ਭੋਜਨ, ਇਹੋ ਜਿਹਿਆਂ ਨੂੰ ਭੋਜਨ ਕਰਾ ਕੇ, ਭੋਜਨ ਛਕਾ ਕੇ ਤਸੱਲੀ, ਸੰਤੁਸ਼ਟੀ ਮਿਲਦੀ ਹੈ। ਕਿਉਂ ਸੰਤੁਸ਼ਟੀ ਨਹੀਂ ਮਿਲਦੀ, ਇਹੋ ਜਿਹੇ ਜੀਆਂ ਨੂੰ ਅਜੇ ਕਿਤੇ ਕੋਈ ਭੋਜਨ ਛਕਾ ਤੇ ਬਹੁਤ ਕੁਝ ਮਿਲਦਾ। ਸ਼ਾਇਦ ਨਿੱਕੀ ਨਿੱਕੀ ਇਤਿਹਾਸ ਸਾਖੀਆਂ ਦੇਖੀ ਹੋਣ, ਭੋਜਨ ਤੋਂ ਬਿਨਾਂ ਜੀਉਣ ਵਾਲੇ। ਸਮਾਜਿਕ ਦ੍ਰਿਸ਼ਟੀਕੋਣ 'ਚ ਅਸੀਂ ਉਹਦਾ ਨਾਮ ਕਈ ਵਾਰ ਸੁਣਿਆ ਹੋਣਾ ਹੈ, ਵਿਵੇਕਾਨੰਦ। ਵਿਵੇਕਾਨੰਦ ਦੇ ਗੁਰੂ ਰਾਮਕ੍ਰਿਸ਼ਨ ਪਰਮਹੰਸ ਬੰਗਾਲੀ ਸਨ। ਉਹਨਾਂ ਦਾ ਆਰੰਭਕ ਜੀਵਨ ਮੂਰਤੀ ਪੂਜਾ ਤੋਂ ਸ਼ੁਰੂ ਹੋਇਆ। ਕਾਲੀ ਦੇਵੀ ਦੀ ਪੂਜਾ ਕਰਦੇ ਹੌਲੀ 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 ਵਿਚਾਰਾਂ ਦੇ ਤਲ 'ਤੇ ਉਤਰਦੇ ਉਤਰਦੇ ਭਜਨ ਕਰਦੇ 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 ਆਤਮਾ ਦੇ ਤਲ 'ਤੇ ਪਹੁੰਚ ਗਏ। ਜਦੋਂ ਵਡੇਰੀ ਉਮਰ ਦੇ ਹੋ ਗਏ ਨਾ, ਤੇ ਸਰੀਰ ਦੀਆਂ ਘਾਲਣਾਵਾਂ ਕਰਦਿਆਂ ਕਰਦਿਆਂ ਤਨ 'ਤੇ ਕੁਝ ਰੋਗ ਵੀ ਲੱਗ ਗਏ। ਸੁਭਾਵਿਕ ਹੈ ਤਨ 'ਤੇ ਰੋਗ ਲੱਗਣਾ, ਕੋਈ ਬਹੁਤ ਮਾੜੀ ਗੱਲ ਨਹੀਂ, ਲੱਗਦੇ ਨੇ ਲੋਕਾਂ ਨੂੰ, ਸਰੀਰ 'ਚ ਉਹਨਾਂ ਦੇ ਵੀ ਲੱਗ ਗਿਆ। ਥੋੜ੍ਹਾ ਜਿਹਾ ਹੁਣ ਸਰੀਰ ਚੱਲਣੋਂ ਫਿਰਨੋਂ ਅਸਮਰੱਥ ਹੋ ਗਿਆ, ਪਰ ਇੱਕ ਕੰਮ ਉਹ ਕਰਦੇ, ਚੇਤਨਤਾ 'ਚ ਭਰਪੂਰ ਨੇ। ਆਏ ਹੋਏ ਜਿਗਿਆਸੂ ਨਾਲ ਵਾਰਤਾਲਾਪ ਕਰਦੇ ਨੇ, ਸੰਵਾਦ ਕਰਦੇ ਨੇ, ਗੱਲਬਾਤ ਕਰਦੇ ਨੇ, ਕਥਾ ਵਾਰਤਾ ਕਰਦੇ ਨੇ। ਪਰ ਕਥਾ ਵਾਰਤਾ ਕਰਦੇ ਕਰਦੇ ਬਾਰ-ਬਾਰ ਪੁੱਛਦੇ ਨੇ, ਅੱਜ ਕੀ ਬਣਾਇਆ ਹੈ। ਬਜ਼ੁਰਗ ਸਨ, ਕਥਾ ਕਰਦਿਆਂ ਕਰਦਿਆਂ ਰੁਕ ਕੇ ਪੁੱਛਣਾ, ਅੱਜ ਖਾਣ ਲਈ ਕੀ ਬਣਾਇਆ। ਸਾਡੇ ਵਰਗਿਆਂ ਸੋਚਣਾ ਵੀ ਲੈ ਚੰਗਾ ਭਲਾ ਬਾਬਾ ਸਿਆਣਾ ਬਹਿਣਾ, ਉਮਰ ਦਰਾਜ਼ ਬੰਦਾ, ਪਰ ਫਿਰ ਇਹਦੀ ਧਿਆਨ ਸਾਰਾ ਭੁੱਖ 'ਤੇ ਟਿਕਿਆ ਹੋਇਆ। ਉਹਨਾਂ ਦੇ ਸੁਪਤਨੀ ਬਹੁਤ ਜੀਵਿਤ ਵਾਲੇ ਬੀਬੀ ਸਨ, ਔਰ ਰਾਮਕ੍ਰਿਸ਼ਨ ਪਰਮਹੰਸ ਆਪਣੇ ਦੁਨੀਆ 'ਚ ਇੱਕ ਵੱਖਰੇ ਵਿਅਕਤਿਤਵ ਸਨ ਕਿ ਦੇਵੀ ਦੀ ਪੂਜਾ ਕਰਦੇ ਸਨ ਪਰ ਮੂਰਤੀ ਦੀ ਨਹੀਂ। ਉਹ ਆਪਣੀ ਸੁਪਤਨੀ ਨੂੰ ਬਿਠਾਉਂਦੇ ਸਨ, ਤੂੰ ਦੇਵੀ ਹੈ, ਅਤੇ ਆਰਤੀ ਕਰਦੇ ਸਨ ਉਹਦੀ, ਤੂੰ ਦੇਵੀ ਹੈ, ਤੂੰ ਇਸਤਰੀ ਸਰੂਪ ਹੈ, ਦੇਵੀ ਇਸਤਰੀ ਸਰੂਪ ਹੈ, ਔਰ ਉਹਦੀ ਆਰਤੀ ਕਰਕੇ ਕਹਿੰਦੇ ਜੀਵਿਤ ਦੇਵੀ ਨੂੰ ਮੰਨਣਾ ਚਾਹੀਦਾ ਹੈ। ਪੱਥਰ 'ਤੇ ਸਾਰੇ ਪੂਜ ਲੈਂਦੇ ਨੇ। ਖੈਰ, ਇੱਕ ਦਿਨ ਉਹ ਕਹਿਣ ਲੱਗੀ, ਸੰਤ ਜੀ ਤੁਹਾਡਾ ਇੰਨਾ ਵਡੱਪਣ ਹੈ, ਤੁਸੀਂ, ਮੈਨੂੰ ਪਤਾ ਹੈ ਆਤਮਕ ਮੰਡਲਾਂ ਦੇ ਧਾਰਨੀ ਵੀ ਹੋ, ਆਰੂੜ ਆਤਮਾ 'ਤੇ, ਤੁਹਾਨੂੰ ਦੁੱਖ ਵੀ ਕੋਈ ਨਹੀਂ ਕਿ ਭੁੱਖ ਵੀ ਕੋਈ ਨਹੀਂ, ਪਰ ਆਹ ਨਾ ਵੇਖਣ ਵਾਲਿਆਂ ਨੂੰ ਚੰਗਾ ਲੱਗਦਾ। ਕਈ ਬਾਲਕੇ ਵਿਦਿਆਰਥੀ ਬੱਚੇ ਜਿਹੜੇ ਜਾਂ ਜਿਗਿਆਸੂ ਹੁੰਦੇ ਨੇ, ਉਹ ਗੱਲਾਂ ਕਰਦੇ ਨੇ ਕਿ ਲੈ ਬਾਬਾ ਜੀ ਰੋਟੀ ਬਾਰੇ ਪੁੱਛੀ ਜਾਂਦੇ ਆ, ਅਤੇ ਬਾਰ-ਬਾਰ ਕਹਿ ਦਿੰਦੇ ਨੇ ਅੱਜ ਮੇਰੇ ਲਈ ਆਹ ਬਣਾਇਓ, ਅੱਜ ਦਲੀਆ ਬਣਾਇਓ, ਅੱਜ ਆਹ ਬਣਾਇਓ। ਚੰਗਾ ਨਹੀਂ ਲੱਗਦਾ। ਲੋਕ ਨਾ, ਹੁਣ ਤੁਹਾਡੇ ਕੋਲ ਬਹੁਤ ਸਿਆਣੇ ਸਿਆਣੇ ਲੋਕ, ਪੜ੍ਹੇ ਲਿਖੇ ਲੋਕ ਵੀ ਆਉਂਦੇ ਨੇ, ਅਮੀਰ ਲੋਕ ਵੀ ਆਉਂਦੇ ਨੇ, ਅਤੇ ਇਹਨਾਂ ਸਾਊ ਲੋਕਾਂ ਦੀ ਸਭਾ ਦੇ ਵਿੱਚ ਨਾ ਇੱਦਾਂ ਦਾ ਵਿਹਾਰ ਚੰਗਾ ਨਹੀਂ ਲੱਗਦਾ। ਕਹਿਣ ਲੱਗੇ ਭਾਈ ਗੱਲ ਸੁਣ, ਮੈਂ ਆਪਣੇ ਲਈ ਤਾਂ ਮੰਗਦਾ ਨਹੀਂ, ਮੈਨੂੰ ਨਾ ਲੋੜ ਹੈ, ਮੈਂ ਤਾਂ ਤੁਹਾਡੇ ਸਾਰਿਆਂ ਨਾਲ ਸੰਬੰਧ ਬਣਾ ਕੇ ਰੱਖਣਾ, ਇਸ ਕਰਕੇ ਪੁੱਛਦਾ ਵੀ ਆ ਜਿਹੜੇ ਆ ਬੈਠੇ ਨੇ ਇਹਨਾਂ ਨੇ ਕੀ ਬਣਾਇਆ ਜੀ। ਅੱਛਾ, ਜੇ ਨਹੀਂ ਚੰਗਾ ਲੱਗਦਾ ਤਾਂ ਸੁਣ, ਫਿਰ ਮੈਂ ਸਿਰਫ ਸੰਬੰਧ ਸੰਸਾਰਕ ਸਰੀਰਕ ਬਣੇ ਰਹਿਣ ਉਦੋਂ ਤੱਕ ਮੈਂ ਭੋਜਨ ਨਾਲ ਸੰਬੰਧ ਜੋੜਿਆ ਹੋਇਆ, ਨਹੀਂ ਤਾਂ ਮੈਨੂੰ ਨਾ ਭੋਜਨ ਦੀ ਜ਼ਰੂਰਤ ਹੈ ਨਾ ਪਾਣੀ ਦੀ ਜ਼ਰੂਰਤ ਹੈ। ਇਹੋ ਬਾਬਾ ਸੀ, ਤੁਰੇ ਜਾਂਦਿਆਂ ਦੇ ਅੱਗੇ ਕੋਈ ਰਾਮ ਰਾਮ ਕਹਿ ਦੇਵੇ, ਜਾਂ ਉਹਦੀ ਮਾਤਾ ਜਿਵੇਂ ਕਾਲੀ ਮਾਤਾ ਜੋ ਉਸ ਤਰ੍ਹਾਂ ਜੈਕਾਰੇ ਲਾਉਂਦੇ ਹੋਣਗੇ, ਜੈਕਾਰਾ ਲਾ ਦੇਵੇ ਤਾਂ ਨੱਚਣ ਲੱਗ ਪੈਂਦਾ ਸੀ। ਜਿਸ ਕੰਮ ਜਾਣਾ ਕੰਮ ਭੁੱਲ ਜਾਂਦਾ ਸੀ, ਉੱਥੇ ਬਹਿ ਕੇ ਬਸ ਆਪਣੀ ਜੈ ਜੈਕਾਰ ਜੋ ਆਪਣੇ ਭਜਨ ਸਿਮਰਨ ਕਰਦੇ ਸੀ ਕਰਨ ਲੱਗ ਪੈਂਦੇ ਸੀ। 10 ਕਦਮ ਅੱਗੇ 2 ਬੰਦੇ ਚੱਲਦੇ ਸੀ, ਇਹਨਾਂ ਦੇ ਭਾਈ ਕੋਈ ਇਹਨੂੰ ਜੈ ਰਾਮ ਜੀ ਕਰਾਂ ਕਹਿ ਦਿਓ। ਗਲਤੀ ਦੇ ਨਾਲ ਵੀ ਇਹਨਾਂ ਦੇ ਸਾਹਮਣੇ ਕਿਤੇ ਇਸ਼ਟ ਦੀ ਉਪਾਸਨਾ ਦਾ, ਜਿਵੇਂ ਆਪਾਂ ਜੈ ਰਾਮ ਜੀ ਸਤਿ ਸ੍ਰੀ ਅਕਾਲ ਕਰਦੇ, ਨਾ ਕਰ ਦਿਓ, ਕਿਉਂਕਿ ਇਹਨਾਂ ਦੇ ਕੰਨਾਂ 'ਚ ਧੁਨ ਪਈ ਨਹੀਂ ਰਾਮ ਦੀ, ਅਤੇ ਨੱਚਣ ਲੱਗ ਪੈਣਾ ਇਹਨੇ। ਜਿਸ ਕੰਮ ਲੈ ਕੇ ਚਲੋ ਉੱਥੇ ਹੀ ਰਹਿਣਾ ਇਹਨੇ, ਫਿਰ ਪਤਾ ਨਹੀਂ 4 ਘੰਟੇ 6 ਘੰਟੇ ਉੱਥੇ ਬੈਠੇ ਰਹਿਣਾ। ਮਤਲਬ ਆਤਮਕ ਕਰੂੜ ਹੈ, ਕੋਈ ਪਰਵਾਹ ਨਹੀਂ ਕਰਦਾ ਕਿਸੇ ਦੀ ਹੈ। ਅਤੇ ਵਿਵੇਕਾਨੰਦ ਇਹਨਾਂ ਦੇ ਪਹਿਲੇ ਸ਼ਾਗਿਰਦ ਰਹੇ ਨੇ, ਵਡੇਰੇ ਸ਼ਾਗਿਰਦਾਂ 'ਚੋਂ। ਕਹਿਣ ਲੱਗੇ ਮੈਂ ਭੋਜਨ ਆਪਣੇ ਲਈ ਨਹੀਂ ਛਕਦਾ ਜਦੋਂ ਤੱਕ ਮੈਂ ਸੰਸਾਰੀ ਤੁਹਾਡੇ ਨਾਲ ਸੰਬੰਧ ਰੱਖਣਾ ਹੈ, ਇਸ ਕਰਕੇ ਪੁੱਛਦਾਰੀ ਨਾ ਵੀ ਚਲੋ ਇੱਕ ਤਾਰ ਬਣੀ ਰਹੇ। ਅਤੇ ਉਹਨਾਂ ਦੇ ਘਰੋਂ ਬੀਬੀ ਦਾ ਨਾਮ ਉਹਨੇ ਸੀਤਾ ਰੱਖਿਆ ਸੀ। ਕਹਿਣ ਲੱਗੀ ਸੀਤਾ ਕਹਿਣ ਲੱਗੀ
ਫਿਰ ਇੱਦਾਂ ਨਾ ਕਰਿਆ ਕਰੋ ਨਾ, ਚੰਗਾ ਨਹੀਂ ਲੱਗਦਾ। ਲੋਕ ਆ ਕੇ ਮੇਰੇ ਕੋਲ ਗੱਲਾਂ ਕਰਦੇ ਨੇ, ਬਾਬੇ ਜੀ ਨੂੰ ਸਮਝਾਓ, ਬਾਬੇ ਨੂੰ ਸਮਝਾਓ। ਕਹਿਣ ਲੱਗੇ ਫਿਰ ਠੀਕ ਹੈ। ਜਿਸ ਦਿਨ ਮੈਂ ਪੁੱਛਣਾ ਬੰਦ ਕਰ ਦਿਆਂ ਜਾਂ ਭੋਜਨ ਤੋਂ ਮੂੰਹ ਮੋੜਨਾ, ਸਮਝ ਲਈ ਮੇਰਾ ਆਖਰੀ ਦਿਨ ਹੋਏਗਾ। ਤੈਨੂੰ ਦੱਸ ਦੇਣਾ, ਜਿਸ ਦਿਨ ਮੈਂ ਭੋਜਨ ਤੋਂ, ਮੈਂ ਕਥਾ ਵਾਰਤਾ ਸੰਵਾਦ ਕਰਦਿਆਂ ਨਹੀਂ ਪੁੱਛਿਆ, ਫਿਰ ਉਸ ਦਿਨ ਮੇਰਾ ਸੰਸਾਰ ਦਾ ਆਖਰੀ ਦਿਨ ਹੋਏਗਾ। ਉਹੀ ਗੱਲ ਹੋਈ, ਕਥਾ ਵਾਰਤਾ ਕਰਦੇ ਰਹੇ ਦੁਪਹਿਰ ਤੱਕ, ਕਿਉਂਕਿ ਬਿਮਾਰੀ ਵਧੀ ਹੋਈ ਸੀ। ਦੁਪਹਿਰ ਤੱਕ ਆਏ ਸੰਗੀ ਸਾਥੀ, ਵਾਰਤਾਲਾਪ ਸੰਵਾਦ ਚੇਤਨਤਾ ਦੇ ਵਿੱਚ ਕੀਤਾ, ਪਰ ਅੱਜ ਉਹਨਾਂ ਨੇ ਇੱਕ ਵਾਰ ਵੀ ਨਹੀਂ ਪੁੱਛਿਆ ਵੀ ਕੀ ਬਣਾਇਆ। ਮਾਤਾ ਦਾ ਮਾਥਾ ਠਨਕ ਗਿਆ ਵੀ ਅੱਜ ਕੁਛ ਹੋਣ ਵਾਲਾ ਹੈ। ਚਲੋ ਦੁਪਹਿਰੇ ਵਿਸ਼ਰਾਮ ਦਾ ਸਮਾਂ ਸੀ, ਥਾਲੀ ਭੋਜਨ ਲੈ ਕੇ ਗਈ, ਉਹਨੇ ਮੂੰਹ ਘੁਮਾ ਲਿਆ। ਬਸ ਮੂੰਹ ਘੁਮਾਉਣ ਦਾ ਮਤਲਬ ਸੀ ਕਿ ਹੁਣ ਦੁਨੀਆ ਤੋਂ ਮੂੰਹ ਘੁਮਾ ਲਿਆ। ਐਸੇ ਬਹੁਤ ਮਹਾਤਮਾ ਭਗਤੀ ਬੰਦਗੀ ਵਾਲੇ ਹੈ ਨੇ ਜਿਨ੍ਹਾਂ ਵਾਸਤੇ ਭੋਜਨ ਜ਼ਰੂਰਤ ਨਹੀਂ ਹੈ। ਉਹ ਭੋਜਨ ਸਾਡੇ ਤੁਹਾਡੇ ਨਾਲ ਜੁੜਨ ਵਾਸਤੇ ਇੱਕ ਸਾਧਨ ਹੈ। ਪਾਵਨ ਬਾਣੀ 'ਚ ਕੀਰਤਨ ਭਜਨ ਕਰਦਿਆਂ ਆਪਣੇ ਸੁਣਿਆ ਹੋਣਾ, ਮਹਾਰਾਜ ਨੇ ਸਾਨੂੰ ਉਪਦੇਸ਼ ਦਿੱਤਾ ਹੈ ਅਸਾਂ ਜੀਵਨ ਕਿੱਥੇ ਲੈ ਕੇ ਜਾਣਾ ਹੈ। ਅਸੀਂ ਤਾਂ ਕੋਲ ਰੋਟੀਆਂ ਦੇ ਮਗਰ ਹੀ ਪਏ ਹੋਏ, ਰੋਟੀਆਂ ਕਰਨ ਪੂਰੇ ਤਾਲ ਕਰ ਰਹੇ ਹਾਂ ਨਾ। ਅਸਾਂ ਇੱਥੇ ਪਹੁੰਚਣਾ ਅਲਪ ਆਹਾਰ ਸੁਲਪ ਸੀ ਨਿਦਰਾ। ਮਹਾਰਾਜ ਨੇ ਚੂँਕਿ ਸਾਡਾ ਬਹੁਤ ਬਾਰੀਕ ਸੂਖਸ਼ਮ ਮੰਡਲ ਹੈ, ਗੁਰੂ ਨਾਨਕ ਪਾਤਸ਼ਾਹ ਦਾ, ਨਾਨਕ ਗੁਰੂ ਗੋਬਿੰਦ ਸਿੰਘ ਪੂਰਨ ਗੁਰ ਅਵਤਾਰ ਹੈ ਨਾ, ਤਿੰਨ ਦਾ ਵਾਰੀ ਮੰਡਲ ਬਹੁਤ ਬਾਰੀਕ ਤੇ ਸੰਪੂਰਨਤਾ ਨੂੰ ਪ੍ਰਾਪਤ ਕੀਤਾ ਹੋਇਆ। ਇਸ ਕਰਕੇ ਇਹ ਕਦੇ ਨਹੀਂ ਕਹਿੰਦੇ ਕਿ ਤੁਸੀਂ ਭੋਜਨ ਦਾ ਤਿਆਗ ਕਰ ਦਿਓ, ਨਹੀਂ। ਅਲਪ, ਅਲਪ ਦਾ ਮਤਲਬ ਥੋੜ੍ਹਾ ਜਿਹਾ, ਉਹਨਾਂ ਖਾਓ ਜਿਹਦੇ ਨਾਲ ਸਰੀਰ ਚੱਲਦਾ ਰਹੇ। ਤੇ ਨਿਦਰਾ ਸੁਲਪ, ਸੁਲਪ ਦਾ ਮਤਲਬ ਤਾਂ ਹਿੰਦੀ 'ਚ ਸੁਲਭ, ਸੁਖਾਵੀਂ। ਜਿਤਨੀ ਤੁਹਾਡੀ ਨੀਂਦ ਸੁਖਾਵੀਂ ਨੀਂਦ ਲਓ, ਸੁਖਾਵਾਂ ਅਲਪ ਜਿਹਾ ਭੋਜਨ ਲਓ। ਅਤੇ ਚੇਤਨਾ ਸ਼ਾਇਦ ਇੱਕ ਨਿੱਕੀ ਆਪਣੀ ਗੱਲ ਸੁਣਾਵਾਂ, ਆਪਣੇ ਘਰ ਦੀ, ਆਪਣੇ ਬਾਬੇ ਦੀ। ਉਹ ਤਾਂ ਫਿਰ ਵੀ ਸੰਸਾਰ ਦੇ ਭੋਜਨ ਵਾਸਤੇ ਥਾਲੀ ਪੁੱਛਦੇ ਸੀ ਨਾ। ਜਗਤ ਗੁਰੂ ਨਾਨਕ ਬਾਬਾ ਜੀ ਹਰਿਆਣੇ ਵਿੱਚ ਕਿਤੇ ਸਰਸੇ ਗਏ ਹੋ, ਹਾਲਾਂਕਿ ਮੈਂ ਗਿਆ ਤਾਂ ਨਹੀਂ ਕਦੇ, ਪਰ ਸਾਖੀ ਇਤਿਹਾਸ 'ਚੋਂ ਪੜ੍ਹਿਆ। ਮਹਾਰਾਜ ਵਿਚਰਦੇ ਵਿਚਰਦੇ ਇੱਥੇ ਪਹੁੰਚੇ ਨੇ, ਅਤੇ ਕੋਈ ਜੋਗੀਆਂ ਦੇ ਮੱਠ ਨੇ। ਜੋਗੀ ਬੜਾ ਬਲ ਕਰਦੇ ਨੇ, 40 ਦਿਨ ਦੇ 40 ਇਹ ਕੱਟਦੇ ਨੇ। ਇਹ ਤਪੀਏ ਲੋਕ ਹੁੰਦੇ ਸਨ, ਪਿੰਡਾਂ ਦੇ ਬਾਹਰ ਦਾ ਡੇਰੇ ਬਣਾਏ, ਤਪੀਏ ਕਹਿੰਦੇ ਸੀ। ਔਰ ਇਹ ਤਪੀਏ ਸਦਾ ਤੋਂ ਸਾਡੇ ਨਾਲ ਰਹੇ ਨੇ। ਆਪਨੇ ਸੁਣਿਆ ਹੋਣਾ, ਗੁਰੂ ਨਾਨਕ ਸਾਹਿਬ ਜੀ ਤੋਂ ਬਾਅਦ ਗੁਰੂ ਅੰਗਦ ਦੇਵ ਮਹਾਰਾਜ ਜੀ, ਗੁਰੂ ਅਮਰਦਾਸ ਮਹਾਰਾਜ ਜੀ ਦਰਮਿਆਨ ਵੀ ਖਡੂਰ ਸਾਹਿਬ ਕੇ ਤਪੀਆ ਸੀ ਨਾ ਇੱਕ, ਜਿਹੜਾ ਗੁਰੂ ਅੰਗਦ ਦੇਵ ਮਹਾਰਾਜ ਦੀ ਬਾਬਤ ਵੱਧ ਘੱਟ ਬੋਲਦਾ ਰਿਹਾ। ਇਹ ਤਪੀਏ ਰਹੇ ਨੇ ਸਾਡੇ ਨਾਲ। ਅਤੇ ਤਪੀਏ ਸਨ ਜਿਹੜੇ ਤਪ ਤਪੱਸਿਆ ਦੇ ਬਲ 'ਤੇ ਲੋਕਾਂ 'ਤੇ ਆਪਣਾ ਦਬਦਬਾ ਅਤੇ ਜ਼ੋਰ ਪਾ ਲੈਂਦੇ ਸਨ। ਇਹ ਤਪੀਏ ਸਨ। ਗੁਰੂ ਨਾਨਕ ਪਾਤਸ਼ਾਹ ਨੇ ਜੋ ਸੱਤਾ ਹੋਕਾ ਦਿੱਤਾ, ਕੀਰਤਨ ਆਰੰਭ ਹੋ ਗਿਆ, ਅਤੇ ਲੋਕ ਤਪੀਆਂ ਦੇ ਖੁਸ਼ਕ ਜਿਹੀਆਂ ਗੱਲਾਂ ਸੁਣ ਕੇ ਅੱਕੇ ਪਏ ਸਨ। ਮਿਠਾਸ ਅਤੇ ਰਸ ਭਰਿਆ ਕੀਰਤਨ ਸੁਣਿਆ, ਲੋਕ ਬੈਠਣ ਲੱਗ ਪਏ ਗੁਰੂ ਨਾਨਕ ਪਾਤਸ਼ਾਹ ਕੋਲ। ਉਹ ਖਿਝੇ ਅਤੇ ਖਿਝ ਕੇ ਲੇਕਿਨ ਆ ਇੱਕ ਤੂੰਬਾ ਜਿਹਾ ਵਜਾ ਕੇ ਕੁਝ ਗਾਉਣ ਲੱਗ ਪੈਂਦੇ ਹੋ। ਇਹ ਤਾਂ ਸਾਰੇ ਗਾ ਲੈਂਦੇ ਨੇ, ਕੋਈ ਤਪ ਵੀ ਕਦੇ ਕੀਤਾ? ਮਹਾਰਾਜ ਕਹਿੰਦੇ ਕੀ ਤਪ ਕਰਦੇ ਹੋ ਤੁਸੀਂ, ਸਾਨੂੰ ਦੱਸ ਦਿਓ। ਭਾਈ ਸਾਡਾ ਤਾਂ ਇਹੀ ਤਪ ਹੈ, ਸ਼ਾਇਦ ਗੁਰਸਿੱਖੀ ਦੇ ਹੀ ਤਪੱਸਿਆ, ਕੀਰਤਨ ਹੀ ਭਗਤੀ ਸਾਡੀ। ਤੇ ਮਹਾਰਾਜ ਕਹਿੰਦੇ ਕਿ ਸਾਡੇ ਤਾਂ ਇਹੀ ਤਪ ਤਪੱਸਿਆ ਹੈ, ਸ਼ਬਦ ਕੀਰਤਨ, ਸ਼ਬਦ ਗਾਉਣਾ, ਸ਼ਬਦ ਹੀ ਸਾਡਾ ਆਧਾਰ ਹੈ। ਕਹਿਣ ਲੱਗੇ ਲੈ ਕਿਤੇ 4 ਦਿਨ ਤਪ ਤਪੱਸਿਆ ਭੁੱਖੇ ਰਹਿ ਕੀਤੀ ਤਾਂ ਪਤਾ ਲੱਗੇ ਤਪੱਸਿਆ ਕੀ ਹੁੰਦੀ ਹੈ। ਮਹਾਰਾਜ ਕਹਿਣ ਲੱਗੇ ਅੱਛਾ ਕਿੱਦਾਂ ਕਰਨਾ ਹੈ? ਉਹ ਕਹਿਣ ਲੱਗੇ ਸਾਨੂੰ 40 ਦਿਨ ਦਾ ਤਪ ਕਰੋ ਤਾਂ ਮੰਨਾਂਗੇ ਤੁਹਾਨੂੰ ਵੀ ਤੁਸੀਂ ਕੁਝ ਹੋ ਗਏ ਹੋ। ਠੀਕ ਹੈ, ਤੈਅ ਹੋ ਗਿਆ। ਇਲਾਕੇ ਦੀ ਪੰਚਾਇਤ ਬੁਲਾ ਲਈ। 40 ਦਿਨ ਦਾ ਮਤਲਬ ਸੀ 40 ਜੌਂ ਤੁਹਾਨੂੰ ਖਾਣ ਲਈ ਮਿਲਣਗੇ ਅਤੇ 40 ਕਟੋਰੇ ਜਲ ਮਿਲੇਗਾ। ਤੁਹਾਨੂੰ ਕੋਈ ਬੰਦ ਕਰਤਾ ਜਾਏਗਾ ਦਾਇਰੇ ਵਿੱਚ, ਤੁਹਾਨੂੰ ਬਾਹਰਲਾ ਬੰਦਾ ਕੋਈ ਨਹੀਂ ਮਿਲੇਗਾ। 40 ਕਟੋਰੇ ਜਲ ਭਰ ਦਿੱਤਾ ਜਾਏਗਾ ਅਤੇ 40 ਜੌਂ ਧਰ ਦਿੱਤੇ ਜਾਣਗੇ। ਬਸ 41ਵੇਂ ਦਿਨ ਦਰਵਾਜ਼ਾ ਖੁੱਲ੍ਹਿਆ ਜਾਏਗਾ, ਫਿਰ ਤੁਹਾਡੀ ਤਪੱਸਿਆ ਦੀ ਬਲ ਸ਼ਕਤੀ ਦੇਖੀ ਜਾਏਗੀ। ਠੀਕ ਹੈ ਜੀ। ਮਹਾਰਾਜ ਕਹਿਣ ਲੱਗੇ ਰੱਖ ਦਿਓ। ਉਹਨਾਂ ਆਪਣੇ ਆਪਣੇ ਕੁਟੀਆਂ ਬੰਦ ਕਰ ਲਈਆਂ, 40 ਜੌਂ ਕਟੋਰੇ ਰੱਖ ਲਏ, ਕਿਉਂਕਿ ਉਹ ਪੁਰਾਣੇ ਅਭਿਆਸੀ ਸਨ ਇਹੋ ਜਿਹੇ ਤਪ ਤਪੱਸਿਆ ਕਰਨ ਦੇ। ਪਰ ਫਿਰ ਵੀ ਜਦੋਂ 40 ਦਿਨ ਬਾਅਦ ਉਹਨਾਂ ਦੀ ਕੁਟੀਆਵਾਂ ਖੋਲ੍ਹੀਆਂ, ਕਿਸੇ ਦਾ ਸਰੀਰ ਆਕੜਿਆ ਪਿਆ ਹੈ, ਕੋਈ ਤਾਂ ਉਹੀ 10-15 ਦਿਨ ਬਾਅਦ ਹੀ ਭੱਜ ਗਿਆ, ਕੁਝ ਕਰਨ ਲੱਗ ਪਿਆ। ਜਿਹੜਾ ਮੁਖੀ ਸੀ ਜਦੋਂ ਉਹਦਾ ਦਰ ਖੋਲ੍ਹਿਆ ਜਿਉਂਦਾ ਤੇ ਸੀ, ਪਰ 2-4 ਚੇਲਿਆਂ ਚੁੱਕ ਕੇ ਬਾਹਰ ਕੱਢਿਆ, ਮਾਲਿਸ਼ ਮੁਲਿਸ਼ ਕੀਤੀ ਤਾਂ ਕਿਤੇ ਸੁਰਤ ਤੁਰਨ ਜੋਗਾ ਹੋਇਆ।
ਅਖੀਰ ਤੇ ਗੁਰੂ ਨਾਨਕ ਪਾਤਸ਼ਾਹ ਸਾਹਿਬ ਦਾ ਜੋ ਕੁਟੀਆ ਬਣਾਈ ਸੀ ਉਹਦਾ ਦਰਵਾਜ਼ਾ ਖੋਲ੍ਹਿਆ। ਮਹਾਰਾਜ ਉਸੇ ਤਰ੍ਹਾਂ ਆਨੰਦ ਦੀ ਸਮਾਧੀ 'ਚ ਲੱਗੇ ਹੋਏ, 40 ਜੌਂ ਵੀ ਉੱਥੇ ਪਏ ਨੇ ਅਤੇ 40 ਕਟੋਰੇ ਜਲ ਵੀ ਉੱਥੇ ਰੱਖਿਆ ਹੋਇਆ। ਮਹਾਰਾਜ ਜਦੋਂ ਦਰਵਾਜ਼ਾ ਖੁੱਲ੍ਹਿਆ, ਮਹਾਰਾਜ ਮੁਸਕਰਾਉਂਦੇ ਹੋਏ ਉੱਠੇ, ਸਤ ਕਰਤਾਰ ਸਤ ਕਰਤਾਰ। ਕਹਿਣ ਲੱਗੇ ਭਾਈ ਆਪਣੇ ਜੌਂ ਵੀ ਲੈ ਜਾਓ ਅਤੇ ਆਪਣਾ ਜਲ ਵੀ ਲੈ ਜਾਓ। ਯਾਦ ਰੱਖਣਾ, ਗੁਰੂ ਕਲਾ ਜਿੱਥੇ ਵਰਤਦੀ ਹੈ, ਨਾ ਉੱਥੇ ਭੋਜਨ ਦੀ ਜ਼ਰੂਰਤ ਹੈ, ਨਾ ਉੱਥੇ ਸੰਸਾਰ ਦੇ ਪਦਾਰਥਾਂ ਦੀ, ਉੱਥੇ ਇੱਕ ਦਰਸ਼ਨ ਹੀ ਜੀਵਨ ਦਿੰਦਾ। ਅਸੀਂ ਤੁਸੀਂ ਇਸ ਗੱਲ ਨੂੰ ਸਮਝੀ ਪਾਏ, ਜੀਵਨ ਮਿਲਦਾ ਹੈ ਦਰਸ਼ਨ ਦੇ ਵਿੱਚੋਂ। ਵੇਖਿਆ ਹੋਣਾ ਬਨਸਪਤੀ ਸਾਰੀ ਜੀਵਨ ਪ੍ਰਾਪਤ ਕਰਦੀ ਦਰਸ਼ਨ ਦੇ ਵਿੱਚੋਂ। ਸੂਰਜ ਦੇ ਦਰਸ਼ਨ ਕਰਦੀ ਬਨਸਪਤੀ ਜਿਉਂਦੀ ਹੈ। ਆ ਸਾਰੀ ਬਨਸਪਤੀ ਉੱਤੇ ਇੱਕ ਐਸੀ ਛਾਂ ਬਣਾ ਦਿਓ ਕਿ ਡਾਰਕ ਅੰਧਕਾਰ ਹੋ ਜਾਏ ਕਿ ਇਹ ਬਨਸਪਤੀ ਖਿੜੀ ਰਹੇਗੀ? ਨਹੀਂ ਖਿੜੇਗੀ। ਜਿਸ ਪਾਸੇ ਛਾਂ ਹੁੰਦੀ ਹੈ ਬਨਸਪਤੀ ਉਸ ਪਾਸੇ ਗਰੋਥ ਨਹੀਂ ਕਰਦੀ, ਰੁੱਖ ਵੀ ਦੂਜੇ ਪਾਸੇ ਨੂੰ ਤੁਰ ਪੈਂਦੇ ਨੇ। ਇਹਦਾ ਮਤਲਬ ਹੈ ਰੌਸ਼ਨੀ ਦੇ ਵਿੱਚ ਸੂਰਜ ਦੇ ਦਰਸ਼ਨ 'ਚ ਜੀਵਨ ਮਿਲਦਾ ਹੈ। ਕੇਵਲ ਬਨਸਪਤੀ ਨੂੰ ਹੀ ਨਹੀਂ ਮਿਲਦਾ, ਸਾਨੂੰ ਵੀ ਮਿਲਦਾ। ਇਹ ਤਾਂ ਸੰਸਾਰਕ ਜੀਵਨ ਹੈ। ਗੁਰਸਿੱਖ ਨੂੰ ਜੋ ਜੀਵਨ ਮਿਲਦਾ ਹੈ ਉਹ ਗੁਰੂ ਦੇ ਦਰਸ਼ਨ ਤੋਂ ਮਿਲਦਾ ਹੈ। ਅਸਾਂ ਵੇਖਿਆ ਹੋਣਾ, ਇੱਕ ਨਿੱਕੀ ਜਿਹੀ ਗਾਥਾ ਕਹਿ ਕੇ ਅੱਗੇ ਚੱਲਣਾ, ਜਦੋਂ ਸਿਰ 'ਤੇ ਆਰਾ ਰੱਖ ਕੇ ਵੀ 2 ਵਾਰ 2 ਫਾੜਾਂ ਚੀਰਿਆ ਜਾਣ ਲੱਗਾ ਹੈ ਅਤੇ ਸਿੱਖ ਦੀ ਖਵਾਹਿਸ਼ ਪੁੱਛੀ ਗਈ ਕੀ ਹੈ? ਕਹਿਣ ਲੱਗੇ ਪੁੱਛ ਕਰ ਸਕਦੇ ਹੋ ਤਾਂ ਕਰ ਦਿਓ, ਕਿਉਂਕਿ ਉੱਥੇ ਮੇਰਾ ਜੀਵਨ ਹੈ, ਤੁਸੀਂ ਮਾਰ ਤਾਂ ਸਕਦੇ ਨਹੀਂ ਮੈਨੂੰ। ਯਾਦ ਰੱਖਣਾ, ਜਿੱਥੇ ਇਹ ਜੀਵਨ ਵਰਤਨ ਲੱਗ ਪੈਂਦਾ ਹੈ ਉੱਥੇ ਮੌਤ ਮਿਟ ਜਾਂਦੀ ਹੈ। ਪਹਿਲੇ ਸਾਡਾ ਜੋ ਸਰੀਰਕ ਲੈਵਲ ਹੁੰਦਾ, ਇੱਥੇ ਮੌਤ ਵਰਤਦੀ ਹੈ। ਜਿਹੜੇ ਦੂਜੇ ਪੱਧਰ ਦੇ ਜੀਵ ਹੁੰਦੇ ਨੇ ਉਹ ਮੌਤ ਦਾ ਭੈ ਨਹੀਂ ਕਰਦੇ। ਜੋ ਮਨ ਦੇ ਮੰਡਲ 'ਤੇ ਜਿਉਂਦੇ ਨੇ ਮੌਤ ਦਾ ਭੈ ਉਹ ਵੀ ਨਹੀਂ ਕਰਦੇ, ਕਿਉਂਕਿ ਗਿਆਨੀ ਹੁੰਦੇ ਨੇ, ਪਰ ਤੜਪ ਉਹਨਾਂ ਕੋਲ ਹੁੰਦੀ ਹੈ। ਤੀਜੇ ਪੱਧਰ ਦੇ ਜੀਵਨ ਕੋਲ ਮੌਤ ਨਾ ਮੌਤ ਹੁੰਦੀ ਹੈ, ਨਾ ਮੌਤ ਦਾ ਭੈ ਹੁੰਦਾ ਹੈ, ਅਤੇ ਨਾ ਉੱਥੇ ਕੋਈ ਤੜਪ ਹੁੰਦੀ ਹੈ, ਕਿਉਂਕਿ ਉਹਨਾਂ ਦਾ ਜੀਵਨ ਹੀ ਆਤਮਿਕ ਮੰਡਲ ਹੈ। ਉਹ ਤੇ ਆਪਣੇ ਗੁਰੂ ਦੇ ਦਰਸ਼ਨਾਂ 'ਤੇ ਜਿਉਂਦੇ ਨੇ। ਇਸੇ ਕਰਕੇ ਦਰਸ਼ਨ ਪਿਆਸ ਬਹੁਤ ਮਨ ਮੇਰ ਹੈ। ਗੁਰਬਾਣੀ ਨੂੰ ਪੜ੍ਹ ਕੇ ਦੇਖਣਾ, ਬਹੁਤ ਜ਼ਿਆਦਾ ਦਰਸ਼ਨਾਂ ਦੀ ਫਿਲਾਸਫੀ ਦਾ ਵਿਚਾਰ ਖੋਲ੍ਹਿਆ ਗਿਆ, ਜਦ ਕਿ ਇਹ ਵੀ ਦੱਸਿਆ ਗਿਆ ਹੈ ਜਿਸ ਨੂੰ ਦੇਖਣਾ ਚਾਹੁੰਦੇ ਉਹ ਨਿਰੰਕਾਰ ਹੈ। ਇਹਨਾਂ ਅੱਖਾਂ ਨਾਲ ਦਿਸਣਾ ਵੀ ਕੋਈ ਨਹੀਂ, ਪਰ ਫਿਰ ਵੀ ਹੈ। ਸ਼ਾਇਦ ਇਸੇ ਕਰਕੇ ਅਸੀਂ ਉਸ ਨੂੰ ਪੇਖਣਾ ਕਹਿੰਦੇ ਨੇ। ਐਸੋ ਹੀ ਸੰਸਾਰ ਪੇਖਣਾ, ਇਹੀ ਤੇ ਦੇਖਣ ਤੇ ਪੇਖਣ ਦਾ ਇੱਕ ਰਹੱਸ ਜਾਂ ਭੇਦ ਹੈ, ਜੋ ਅੱਖਾਂ ਦੇ ਨਾਲ ਦੇਖਿਆ ਨਾ ਜਾ ਸਕੇ ਪਰ ਹੋਵੇ, ਉਸ ਨੂੰ ਮਾਣਿਆ ਜਾਵੇ। ਜਿਵੇਂ ਅਸੀਂ ਦੇਖਿਆ ਤੇ ਪਿਤਾ ਹੈ, ਨਹੀਂ, ਸਰੀਰ ਦੇਖਿਆ ਉਹਦਾ, ਪਿਤਾ ਥੋੜ੍ਹਾ ਕਿਸੇ ਦੇਖਿਆ ਅਜੇ ਤੱਕ, ਮਾਤਾ ਨੂੰ ਥੋੜ੍ਹਾ ਕਿਸੇ ਦੇਖਿਆ, ਸਰੀਰ ਦੇਖੇ ਨੇ। ਭੈਣਾਂ ਅਤੇ ਭਰਾਵਾਂ ਨੂੰ ਅਸੀਂ ਥੋੜ੍ਹਾ ਦੇਖਿਆ, ਅਸਾਂ ਸਰੀਰ ਦੇਖੇ ਨੇ। ਮੰਨਦੇ ਹਾਂ ਇਹ ਪਿਤਾ ਹੈ, ਮੰਨਦੇ ਹਾਂ ਇਹ ਮੇਰੀ ਮਾਂ ਹੈ, ਮੰਨਦੇ ਹਾਂ ਮੇਰੀ ਭੈਣ ਹੈ, ਮੰਨਦੇ ਹਾਂ ਮੇਰੀ ਪਤਨੀ ਹੈ। ਮੰਨਦੇ ਹਾਂ ਨਾ, ਸਰੀਰ ਤੇ ਸਭ ਦੇ ਇੱਕ ਸਮਾਨ ਹੈ, ਸਰੀਰ ਤੇ ਪਿਤਾ ਪੁੱਤਰ ਦੇ ਇੱਕੋ ਸਮਾਨ ਹੈ, ਸਰੀਰ ਤੇ ਭੈਣ ਭਰਾਵਾਂ ਦੇ ਇੱਕ ਸਮਾਨ ਨੇ। ਪਰ ਮੰਨ ਲਿਆ ਕਿ ਇਹਦੇ ਵਿੱਚ ਕੌਣ ਹੈ, ਅਤੇ ਅਸੀਂ ਉਹਦੇ ਦਰਸ਼ਨ ਕਰਦੇ ਹਾਂ, ਉਹਦੇ ਦਰਸ਼ਨਾਂ ਨਾਲ ਜਿਉਂਦੇ ਹਾਂ। ਅਸੀਂ ਜਿਉਂਦੇ ਹਾਂ ਆਪਣੇ ਗੁਰੂ ਦਰਸ਼ਨ, ਜੋ ਇਹਨਾਂ ਅੱਖਾਂ ਨਾਲ ਨਹੀਂ ਦੇਖਿਆ ਪਰ ਮੰਨਦੇ ਹਾਂ। ਗੁਰੂ ਨੂੰ ਇਹਨਾਂ ਅੱਖਾਂ ਨਾਲ, ਮੋਟੀਆਂ ਮੋਟੀਆਂ ਅੱਖਾਂ ਨਾਲ ਨਹੀਂ ਦੇਖ ਪਾਵਾਂਗੇ, ਪਰ ਜਾਣਦੇ ਵੀ ਹਾਂ, ਮੰਨਦੇ ਵੀ ਹਾਂ ਵੀ ਮੇਰੇ ਗੁਰੂ ਹੈਗੇ, ਤਾਂ ਹੀ ਮੱਥਾ ਟੇਕਦੇ ਹੋ ਨਾ। ਦੇ ਗਿਆਨ ਤੇ ਕੀ ਕਹਿੰਦਾ, ਰੁਮਾਲ ਨੇ ਆ ਤੇ ਗ੍ਰੰਥ ਸਾਹਿਬ ਜੀ ਨੇ ਰੁਮਾਲ ਨੇ, ਚਾਹੋਂ ਸ਼ਸਤਰ ਰੱਖੇ ਨੇ, ਗਿਆਨ ਤੇ ਕਹਿੰਦਾ। ਤਰਕ ਵਾਲਾ ਤਾਂ ਅੱਜ ਵੀ ਉਂਗਲਾਂ ਉਠਾ ਕੇ ਸਾਡੇ ਨਾਲ ਕਹਿੰਦਾ ਵੀ ਤੁਸੀਂ ਕਿਹਨੂੰ ਮੱਥਾ ਟੇਕਦੇ ਹੋ? ਉਹ ਭਲਿਆ, ਅਸੀਂ ਇਹਨਾਂ ਨੂੰ ਮੱਥਾ ਨਹੀਂ ਟੇਕਦੇ, ਅਸੀਂ ਆਪਣੇ ਗੁਰੂ ਨੂੰ ਮੱਥਾ ਟੇਕਦੇ ਹਾਂ। ਬਸ ਗੱਲ ਕਿੱਥੇ ਹੈ? ਗੁਰੂ ਨਿੱਕਾ ਜਿਹਾ ਕੌਮਾ ਲਾ ਕੇ ਪੜ੍ਹਨਾ, ਫਿਰ ਅਸੀਂ ਪੜ੍ਹਦੇ ਹਾਂ ਰਫਤਾਰ ਦੇ ਨਾਲ। ਗੁਰੂ ਕਿੱਥੇ ਹੈ? ਗ੍ਰੰਥ ਜੀ ਮਾਨੀਓ। ਜਦੋਂ ਗੁਰੂ ਗ੍ਰੰਥ ਜੀ ਨੂੰ ਮੰਨ ਲਓਗੇ ਨਾ, ਫਿਰ ਕੀ ਹੋਏਗਾ? ਫਿਰ ਤੇ ਪ੍ਰਗਟ ਗੁਰਾਂ ਕੀ ਦੇ, ਫਿਰ ਗੁਰੂ ਪ੍ਰਗਟ ਹੈ, ਨਹੀਂ ਤੇ ਫਿਰ ਗ੍ਰੰਥ ਜੀ ਤੇ ਹੈ ਹੀ। ਇਹਦੇ ਦਰਸ਼ਨ ਜੋ ਪ੍ਰਗਟ ਹੁੰਦੇ ਨੇ, ਇਸੇ ਕਰਕੇ ਅਭਿਆਸੀ ਗਿਆਨੀ ਤੇ ਮੰਨਦੇ ਨੇ ਹਰ ਸਿੱਖ ਨੇ ਆਪਣੇ ਅੰਦਰੋਂ ਆਪਣੇ ਗੁਰੂ ਨੂੰ ਪ੍ਰਗਟ ਕਰਨਾ ਹੁੰਦਾ ਹੈ। ਅਸੀਂ ਗੁਰੂ ਨੂੰ ਪ੍ਰਗਟ ਕਰਦੇ ਹਾਂ ਤੇ ਗੁਰੂ ਅਲੋਪ ਹੋ ਜਾਂਦੇ ਨੇ। ਇਹ ਦੋਨੋਂ ਕੰਮ ਚੱਲਦੇ ਰਹਿੰਦੇ ਨੇ, ਸਦੀਆਂ ਤੋਂ ਚੱਲਦੇ ਆਏ ਨੇ। ਗੁਰੂ ਪ੍ਰਗਟ ਹੁੰਦੇ ਨੇ, ਗੁਰੂ ਅਲੋਪ ਹੁੰਦੇ ਨੇ। ਜਦੋਂ ਪ੍ਰਕਾਸ਼ ਹੁੰਦਾ ਹੈ, ਸੰਗਤ ਬੈਠੀ, ਗੁਰੂ ਹੁੰਦੇ ਨੇ, ਗੁਰੂ ਪ੍ਰਗਟ ਹੁੰਦੇ ਨੇ। ਸੱਚ ਜਾਣਨਾ, ਹਾਲਾਂਕਿ ਕੁਝ ਗੱਲਾਂ ਸੀ ਇੱਕ ਦੂਜੇ ਨੂੰ ਕਹਿ ਹੀ ਨਹੀਂ ਪਾਉਂਦੇ, ਭਾਰੀਆਂ ਹੁੰਦੀਆਂ ਨੇ, ਸਮਝਣ ਵਾਸਤੇ ਬਹੁਤ ਬਲ ਚਾਹੀਦਾ ਹੈ। ਜਦੋਂ ਸੁਖਾਸਨ ਕੀਤਾ ਹੁੰਦਾ ਹੈ,
ਉੱਥੇ ਗੁਰੂ ਪ੍ਰਗਟ ਨਹੀਂ ਹੁੰਦੇ, ਉੱਥੇ ਗ੍ਰੰਥ ਜੀ ਹੁੰਦੇ ਨੇ। ਉਹ 4 6 10 100 300 400 ਗ੍ਰੰਥ ਜੀ ਰੱਖੇ ਹੁੰਦੇ ਨਾ। ਆ ਕਿਤੇ ਰਾਮਸਰ ਸਾਹਿਬ ਜਾ ਕੇ ਦੇਖਣਾ, ਬੰਗਲਾ ਸਾਹਿਬ ਦੇ ਇੱਥੇ ਰਕਾਬਗੰਜ ਸਾਹਿਬ ਜਿੱਥੇ ਤਿਆਰ ਹੋ ਕੇ ਸਰੂਪ ਛਪ ਕੇ ਆਉਂਦੇ ਨੇ, ਸੈਂਕੜੇ ਸਰੂਪ ਰੱਖੇ ਹੋਏ ਨੇ। ਕਿ ਸੈਂਕੜੇ ਗੁਰੂ ਨੇ? ਨਹੀਂ, ਗ੍ਰੰਥ ਜੀ ਨੇ ਉੱਥੇ ਗ੍ਰੰਥ ਜੀ ਨੇ। ਪਰ ਜਦੋਂ ਤੁਸੀਂ ਘਰ ਲੈ ਆਉਂਦੇ ਹੋ, ਅਰਦਾਸ ਕਰ ਲੈਂਦੇ ਹੋ, ਫਿਰ ਗੁਰੂ ਪ੍ਰਗਟ ਹੋ ਜਾਂਦੇ ਨੇ, ਗੁਰੂ ਪ੍ਰਗਟ ਹੁੰਦੇ ਨੇ। ਸਤਿਗੁਰੂ ਨਾਨਕ ਪ੍ਰਗਟਿਆ ਏ। ਸਾਡੇ ਤੁਹਾਡੇ ਹਿਰਦੇ 'ਚ ਵੀ ਗੁਰੂ ਪ੍ਰਗਟ ਹੁੰਦੇ ਨੇ, ਸਾਡੀ ਮਨੌਤ ਮੁਤਾਬਕ ਗੁਰੂ ਪ੍ਰਗਟ ਹੁੰਦੇ ਨੇ। ਆ ਥੋੜ੍ਹੀ ਦੇਰ ਬਾਅਦ ਹੀ ਹੁਣ ਅਸੀਂ ਮੰਨਿਆ ਵੀ ਗੁਰੂ ਦਾ ਦਰਬਾਰ ਹੈ, ਦੀਵਾਨ ਦੀ ਸਮਾਪਤੀ ਹੋ ਗਈ, ਭੋਗ ਪੈ ਗਿਆ, ਦੇਗ ਵਰਤ ਗਈ, ਹੁਣ ਕੀਰਤਨ ਨਹੀਂ ਹੋ ਰਿਹਾ। ਅਸੀਂ ਇੱਥੇ ਬੈਠੇ ਹਾਸਾ ਮਜ਼ਾਕ ਕਰ ਰਹੇ ਹੁੰਦੇ ਹਾਂ ਕਿ ਸਾਡੇ ਅਹਿਸਾਸ ਵਿੱਚ ਹੁੰਦਾ ਕਿ ਗੁਰੂ ਹੈਗੇ ਨੇ। ਅਸੀਂ ਇੱਥੇ ਸਭ ਕੁਝ ਕਰਦੇ ਹਾਂ, ਦੁਨੀਆ ਭਰ ਦੀ ਨਿੰਦਾ ਚੁਗਲੀਆਂ ਬਹਿਸਾਂ ਮਬਾਸਾਂ ਲੋਕਾਂ ਤੋਂ ਵੇਖਿਆ, ਗਾਲੀ ਗਲੋਚ ਤਾਂ ਕਰ ਲੈਂਦੇ ਨੇ, ਪਰ ਗੁਰੂ ਹੁੰਦੇ ਨਹੀਂ। ਉਹਨਾਂ ਵਾਸਤੇ ਗੁਰੂ ਪ੍ਰਗਟ ਨਹੀਂ ਹੁੰਦੇ, ਉਦੋਂ ਗੁਰੂ ਆਲੋਪ ਆਪਣੇ ਮਸਤ ਆਨੰਦ ਵਿੱਚ ਹੁੰਦੇ ਨੇ। ਪਰ ਹੁਣ ਕੋਈ ਉੱਚਾ ਬੋਲ ਕੇ ਦੇਖੇ ਨਹੀਂ, ਹੁਣ ਗੁਰੂ ਪ੍ਰਗਟ ਅਸਾਂ ਕਰ ਕੀਤੇ ਨੇ ਪ੍ਰਗਟ। ਹੁਣ ਉਹ ਇੱਕ ਸਮਾਨ ਹੀ ਨੇ, ਉੱਥੇ ਹੀ ਨੇ, ਪਰ ਅਸਾਂ ਹੁਣ ਗੁਰੂ ਪ੍ਰਗਟ ਕੀਤੇ ਨੇ। ਖੈਰ, ਉਹਦੇ ਦਰਸ਼ਨ ਜੋ ਪ੍ਰਗਟ ਹੁੰਦੇ ਨੇ ਅਸਾਂ ਹੀ ਕਰਨੇ ਨੇ। ਇਸੇ ਕਰਕੇ ਕਹਿੰਦੇ ਨਾਨਕ ਸਿੱਖ ਖੜੀਆਂ ਬੇਅੰਨ, ਸਾਨੂੰ ਇਹਨਾਂ ਅੱਖਾਂ ਦਾ ਉਹ ਨਵਾਂ ਰੂਪ ਦੇਖ ਚਾਹੀਦਾ ਏ। ਜਿਹਨੂੰ ਅਨੰਦ ਦਾ ਪਾਠ ਕਰਨ ਵੇਲੇ ਰੋਜ਼ ਪੜ੍ਹਦੇ ਹੋ, ਦਿਵ ਦ੍ਰਿਸ਼ਟੀ ਸਤਿਗੁਰ ਮਿਲਿਆ, ਦਿਵ ਦ੍ਰਿਸ਼ਟੀ ਹੋਏ। ਆਹ ਦ੍ਰਿਸ਼ਟੀ ਨਹੀਂ ਜਿਵੇਂ ਡਾਕਟਰ ਕੋਲ ਜਾਣਗੇ ਤੇ ਆਹ ਦ੍ਰਿਸ਼ਟੀ ਸ਼ੁੱਧ ਹੋਏਗੀ, ਪਰ ਸਤਿਗੁਰ ਦੇ ਵਿਚਾਰ ਨਾਲ ਜਦੋਂ ਮਿਲੋਗੇ ਤੇ ਦਿਵ ਦ੍ਰਿਸ਼ਟੀ ਪ੍ਰਗਟ ਹੋਈ। ਉਹ ਦਿਵ ਦ੍ਰਿਸ਼ਟੀ ਜਦੋਂ ਖੁੱਲ੍ਹਦੀ ਹੈ, ਸਾਡੀ ਨਹੀਂ ਖੁੱਲ੍ਹੀ ਤਦ ਵੀ ਸਾਨੂੰ ਰਸ ਮਿਲਦਾ ਹੈ, ਸਾਨੂੰ ਜੀਵਨ ਮਿਲਦਾ ਹੈ। ਬੇਸ਼ੱਕ ਸਾਡੇ ਗਿਆਨ ਪੱਧਰ 'ਤੇ ਸਾਡੀ ਦਿਵ ਦ੍ਰਿਸ਼ਟੀ ਨਹੀਂ ਖੁੱਲ੍ਹੀ ਹੋਈ, ਪਰ ਫਿਰ ਵੀ ਸਾਨੂੰ ਜੀਵਨ ਉੱਥੋਂ ਹੀ ਮਿਲਦਾ ਹੈ, ਕਿਉਂਕਿ ਜੀਵਨ ਦਾ ਦਾਤਾ ਤੇ ਆਪ ਹੀ ਹੈ। ਇਸੇ ਕਰਕੇ ਕਹਿੰਦੇ ਨੇ ਹਉ ਜੀਵਾ ਮੈਂ ਤੇ ਜਿਉਂਦਾ ਹਾਂ ਆਪਣੇ ਗੁਰੂ ਦੇ ਦਰਸ਼ਨ ਕਰਕੇ। ਤੇ ਜਦੋਂ ਆਰਾ ਰੱਖਣ ਵਾਲਿਆਂ ਪੁੱਛੇ ਵੀ ਕੋਈ ਖੁਆਇਸ਼ ਹੈ, ਕਹਿਣ ਲੱਗੇ ਹਾਂ ਖੁਆਇਸ਼ ਹੈ, ਜੇ ਕਰਨਾ ਤੇ ਚਲੋ ਦਿਖਾਈ ਦੇਨੇ ਆ ਫੱਟਿਆਂ ਦਾ ਥੋੜ੍ਹਾ ਜਿਹਾ ਰੂਪ ਘੁਮਾ ਦਿਓ। ਤੇ ਸਾਹਮਣੇ ਹੈ ਨਾ ਮੇਰੇ ਸਤਿਗੁਰੂ ਬੈਠੇ, ਬਸ ਉਧਰ ਦੇਖ, ਮੇਰਾ ਮੁੱਖ ਉਧਰ ਕਰ ਦਿਓ, ਮੈਂ ਵੀ ਦੇਖਾਂ ਤੇ ਉਹ ਵੀ ਦੇਖਣ। ਯਾਦ ਰੱਖਣਾ, ਇੱਕ ਰਹੱਸਵਾਦੀ ਕਲਾ ਹੁੰਦੀ ਹੈ। ਅਸਾਂ ਨੇ ਇਸ 'ਤੇ ਕੰਮ ਘੱਟ ਕੀਤਾ, ਸਾਡੇ ਸਿੱਖ ਮੰਡਲ ਨੇ, ਸਾਡੇ ਚਿੰਤਕਾਂ ਨੇ ਪੁਆਇੰਟਾਂ 'ਤੇ ਕੰਮ ਘੱਟ ਕੀਤਾ। ਅਸੀਂ ਗੁਰੂ ਨੂੰ ਦੇਖਦੇ ਹਾਂ ਤੇ ਬਰਕਤਾਂ ਮਿਲਦੀਆਂ ਨੇ। ਆ ਸਾਰੇ ਆਉਂਦੇ ਬਰਕਤਾਂ ਲਈ ਆਉਂਦੇ ਨਾ, ਗੁਰੂ ਦੇ ਦਰਸ਼ਨ ਅਸਾਂ ਕੀਤੇ, ਬਰਕਤਾਂ ਮਿਲਦੀਆਂ ਜੇ। ਪਰ ਜੇ ਮੋੜ ਕੇ ਗੁਰੂ ਸਾਨੂੰ ਦੇਖ ਲੈਣ ਤੇ ਕੀ ਮਿਲਦਾ ਹੈ, ਕਦੇ ਸੋਚਿਆ ਜੇ? ਆਪਾਂ ਇਹਨੇ 10-20 ਜੀ ਬੈਠੇ ਆ, ਅਸੀਂ ਸਾਰੇ ਘੇਰਾ ਘੱਤ ਕੇ ਮਹਾਰਾਜ ਦੇ ਆਲੇ ਦੁਆਲੇ ਸੰਗਤ ਰੂ ਬੈਠੇ ਆ। ਮਨ ਪਤਾ ਹੈ ਸਾਨੂੰ ਇੱਥੇ ਬਰਕਤ ਮਿਲੇਗੀ, ਕੁਛ ਨਾ ਕੁਛ ਤਾਂ ਮਿਲੇਗਾ ਨਾ। ਗੁਰੂ ਦੇ ਦਰਸ਼ਨ ਦੇ ਨਾਲ ਸਾਨੂੰ ਬਰਕਤ ਮਿਲੇਗੀ, ਪਰ ਯਕੀਨਨ ਕਿਤੇ ਅੱਗੇ ਜਾ ਕੇ ਦੇਖਣਾ, ਜੇ ਗੁਰੂ ਸਾਨੂੰ ਦੇਖਣ ਤੇ ਕੀ ਮਿਲੇਗਾ। ਇੰਨਿਆਂ ਜੀਆਂ 'ਚੋਂ ਗੁਰੂ ਸਾਨੂੰ ਕਿਹਨੂੰ ਦੇਖਣਗੇ? ਜਿਸ ਨੂੰ ਦੇਖਣਗੇ ਉਹਨੂੰ ਕੀ ਮਿਲੇਗਾ? ਤੇ ਮਹਾਰਾਜ ਆਪ ਕਹਿੰਦੇ ਨੇ, ਜਿਸ ਨੂੰ ਗੁਰੂ ਦੇਖ ਲੈਂਦੇ ਨੇ ਨਾ, ਉਹਦਾ ਜੀਵਨ ਬਦਲ ਜਾਂਦਾ ਹੈ। ਅਸਾਂ ਦਾ ਜੀਵਨ ਨਹੀਂ ਬਦਲਿਆ ਨਾ, ਇਹਦਾ ਮਤਲਬ ਗੁਰੂ ਨੇ ਸਾਨੂੰ ਅਜੇ ਨਿਗਾਹ ਭਰ ਕੇ ਨਹੀਂ ਦੇਖਿਆ। ਅਸਾਂ ਤੇ ਲੱਖਾਂ ਵਾਰ ਦੇਖਣ ਦਾ ਯਤਨ ਕੀਤਾ ਹੈ, ਹਰ ਰੋਜ਼ ਦੇਖਣ ਦਾ ਯਤਨ ਕਰਦੇ ਹੋਵਾਂਗੇ, ਪਰ ਅਜੇ ਤੱਕ ਸਤਿਗੁਰੂ ਨੇ ਸਾਨੂੰ ਨਿਗਾਹ ਭਰ ਕੇ ਨਹੀਂ ਦੇਖਿਆ। ਜਿਸ ਨੂੰ ਕਹਿੰਦੇ ਕਿਰਪਾ ਕਟਾਖ ਅਵਲੋਕਨ ਕੀਨੋ, ਉਹਨੇ ਕਿਰਪਾ ਕਟਾਖ ਕਹਿੰਦੇ ਨੇ, ਸਿਰ ਸਿੱਧਾ ਰਵੇ ਤੇ ਨਿਗਾਹ ਘੁਮਾ ਕੇ ਦੇਖਿਆ ਜੇ, ਤਿਰਛੀ ਅੱਖ ਨਾਲ, ਗਹਿਰੀ ਅੱਖ ਦੇ ਨਾਲ ਟਿਕਾ ਕੇ, ਜਿਵੇਂ ਨਿਸ਼ਾਨਾ ਲਗਾਈਦਾ ਨਾ ਕਿਸੇ 'ਤੇ, ਇੱਕ ਚਿਰ 'ਤੇ ਫੋਕਸ ਕਰਕੇ ਦੇਖਣਾ, ਉਹਨੂੰ ਕਟਾਕਸ਼ ਕਹਿੰਦੇ ਨੇ। ਅਤੇ ਜਦੋਂ ਮਹਾਰਾਜ ਕਿਸੇ ਸਿੱਖ ਨੂੰ ਆਪਣੇ ਇੱਕ ਸਿੱਖ 'ਤੇ ਨਿਗਾਹ ਭਰ ਕੇ ਦੇਖ ਲੈਂਦੇ ਨੇ, ਅਤੇ ਫਿਰ ਕਹਿੰਦਾ ਆਸ ਕਾ ਦੁੱਖ ਵਿਦਾਰਿਓ, ਉਹਨਾਂ ਲਈ ਹੁੰਦਾ ਹੈ ਹਰ ਜਨ ਰਾਖੇ ਗੁਰੂ ਗੋਬਿੰਦ। ਉਹ ਹਰੀਜਨ ਨੂੰ ਫਿਰ ਰੱਖ ਲੈਂਦੇ ਨੇ ਗੁਰੂ ਗੋਬਿੰਦ, ਫਿਰ ਦੁਨੀਆ ਦਾ ਕੋਈ ਦੁੱਖ, ਕੋਈ ਮੌਤ, ਕੋਈ ਤਕਲੀਫ ਉਹਦੇ ਨੇੜੇ ਨਹੀਂ ਆ ਸਕਦਾ। ਮਤੀ ਦਾਸ ਸਾਹਿਬ ਕਹਿਣ ਲੱਗੇ, ਮੇਰਾ ਆ ਫੱਟਿਆਂ ਦਾ ਸਿਲਸਿਲਾ ਤੁਸੀਂ ਜੜਿਆ, ਜੇ ਪੁੱਛਦੇ ਹੋ ਤਾਂ ਘੁਮਾ ਦਿਓ ਮੇਰੇ ਗੁਰੂ ਵੱਲ, ਤਾਂ ਕਿ ਮੈਂ ਤੇ ਦਰਸ਼ਨ ਕਰਾਂ ਹੀ ਕਰਾਂ। ਮੇਰੇ ਗੁਰੂ ਵੀ ਨਿਗਾਹ ਭਰ ਕੇ ਮੈਨੂੰ ਦੇਖਣ ਵੀ ਦੇਖ ਮੇਰਾ ਬੇਟਾ, ਮੇਰਾ ਸਿੱਖ ਅੱਜ ਕਿਸ ਰੂਪ 'ਚ ਖੜਾ ਹੈ। ਬਸ ਗੁਰੂ ਦੇਖ ਲੈਣ ਮੇਰੇ ਵਾਸਤੇ ਬਹੁਤ ਹੈ। ਸਤਿਗੁਰੂ ਹਰਗੋਬਿੰਦ ਸਾਹਿਬ ਦੇ ਜੀਵਨ ਦੀ ਇੱਕ ਨਿੱਕੀ ਜਿਹੀ ਗਾਥਾ ਹੈ।
ਇੱਕ ਸਿੱਖ ਦੇ ਨੇਤਰ ਨਹੀਂ ਸਨ। ਸਿੱਖ ਦੇ ਨੇਤਰ ਨਾ ਹੋਣ ਕਰਕੇ ਜਦੋਂ ਮਹਾਰਾਜ ਜੀ ਨਾਨਕ ਮੱਤਾ ਸਾਹਿਬ ਵਾਲੇ ਪਾਸੇ ਗਏ ਨੇ, ਰਸਤੇ ਦੀ ਇੱਕ ਮੁਲਾਕਾਤ ਜਦੋਂ ਡਰੌਲੀ ਤੇ ਪਰਿਵਾਰ ਨੂੰ ਭੇਜਿਆ, ਅੰਮ੍ਰਿਤਸਰ ਸਾਹਿਬ ਤੋਂ ਚੱਲੇ ਨੇ, ਡਰੌਲੀ ਪਰਿਵਾਰ ਨੂੰ ਕਹਿਤਾ ਵੀ ਤੁਸੀਂ ਸਾਰੇ ਜਾਓ, ਅਸੀਂ ਨਾਨਕ ਮੱਤਾ ਹੋ ਕੇ ਉਸ ਰਸਤੇ ਦੀ ਯਾਤਰਾ 'ਤੇ। ਸਿੱਖ ਦੀ ਸੰਗਤ ਨੇ ਬੇਨਤੀ ਕੀਤੀ, ਮਹਾਰਾਜ ਬੜਾ ਪ੍ਰੇਮੀ ਵਿਚਾਰਾ, ਰੋਜ਼ ਆਉਂਦਾ ਹੈ, ਸੋਟੀ ਲੈ ਕੇ ਟਿਕਦਾ ਟਿਕਦਾ ਆਉਂਦਾ, ਟਿਕਦਾ ਟਿਕਦਾ ਜਾਂਦਾ, ਠੇਡੇ ਲੱਗ ਜਾਂਦੇ ਨੇ, ਕਿਰਪਾ ਕਰ ਦਿਓ ਨਾ, ਨੇਤਰ ਮਿਲ ਜਾਣ। ਮਹਾਰਾਜ ਤਰ ਕਿਰਪਾ ਦੇ ਘਰ ਆਏ, ਬਿਠਾ ਲਿਆ ਅੱਗੇ, ਕਹਿਣ ਲੱਗੇ ਭਾਈ ਬੋਲ ਵਾਹਿਗੁਰੂ ਤੇ ਨੇਤਰ ਖੋਲ। ਉਹਨੇ ਗੁਰੂ ਦਾ ਧਿਆਨ ਕੀਤਾ, ਵਾਹਿਗੁਰੂ ਬੋਲੇ, ਨੇਤਰ ਖੋਲੇ। ਮਹਾਰਾਜ ਜੀ ਸਾਖਸ਼ਾਤ ਪਿਆਰ ਭਰੇ ਦਰਸ਼ਨ ਕੀਤੇ। ਦਰਸ਼ਨ ਕਰਕੇ ਮੱਥਾ ਟੇਕਿਆ, ਕੁਝ ਪਲ ਟਕਟਕੀ ਲਗਾ ਕੇ ਦੇਖਦਾ ਰਿਹਾ। ਉਹਦੇ ਪਿਆਰ ਵੈਰਾਗ ਨੂੰ ਦੇਖ ਕੇ ਮਹਾਰਾਜ ਖੁਸ਼, ਕਹਿਣ ਲੱਗੇ ਇੱਕ ਬਚਨ ਹੋਰ ਮੰਗ ਲਾ, ਚੱਲ। ਇੱਕ ਤੇ ਸੰਗਤ ਨੇ ਤੇਰੇ ਲਈ ਮੰਗਿਆ ਤੇ ਤੈਨੂੰ ਨੇਤਰ ਮਿਲ ਗਏ, ਹੁਣ ਇੱਕ ਤੂੰ ਆਪਣੇ ਲਈ ਕੁਝ ਮੰਗ ਲੈ। ਕਹਿਣ ਲੱਗੇ ਮਹਾਰਾਜ ਵਾਅਦਾ ਕਰੋ ਦਿਓਗੇ। ਸਤਿਗੁਰ ਹੱਸ ਕੇ, ਯਾਰ ਸੰਗਤ ਵਿੱਚ ਤੈਨੂੰ ਕਹਿ ਰਹੇ ਹਾਂ, ਸੰਗਤ ਨੇ ਤੇਰੀ ਸਿਫਾਰਿਸ਼ ਕੀਤੀ ਹੈ, ਤੇ ਜਿਹਨੂੰ ਸੰਗਤ ਕਵੇ ਅਸੀਂ ਤੇ ਮੁੜਦੇ ਹੀ ਨਹੀਂ। ਗੁਰੂ ਨਾਨਕ ਦਾ ਇਹ ਵਾਅਦਾ ਹੈ ਕਿ ਸੰਗਤ ਕਹੇ ਤੇ ਮੁੜਦੇ ਹੀ ਨਹੀਂ। ਕਹਿਣ ਲੱਗੇ ਮਹਾਰਾਜ ਦੇਖ ਲਓ, ਮੰਗਾਂਗਾ ਜੋ ਦਿਓਗੇ। ਕਹਿਣ ਲੱਗੇ ਹਾਂ। ਕਹਿਣ ਲੱਗੇ ਨੇਤਰਾਂ ਦੀ ਜੋਤ ਵਾਪਸ ਲੈ ਲਓ। ਚੁੱਪ ਸਾਰੀ ਸੰਗਤ। ਮਹਾਰਾਜ ਕਹਿਣ ਲੱਗੇ ਦੇਖ ਲਾ ਭਾਈ, ਸਾਰੀ ਸੰਗਤ ਨੇ ਤੇਰੇ ਵਾਸਤੇ ਬੇਨਤੀ ਕੀਤੀ। ਕਹਿਣ ਲੱਗੇ ਹਾਂ ਸੰਗਤ ਦਾ ਧੰਨਵਾਦ, ਪਰ ਮਹਾਰਾਜ ਹੁਣ ਜੋਤ ਵਾਪਸ ਲੈ ਲਓ, ਜੀਵਨ ਦਾ ਮਕਸਦ ਪੂਰਾ ਹੋ ਗਿਆ ਹੈ, ਬਸ ਤੁਹਾਡੇ ਦਰਸ਼ਨ ਹੋ ਗਏ, ਬਾਕੀ ਲੋਕਾਂ ਦਾ ਸੰਸਾਰ ਤੋਂ ਕੀ ਲੈਣਾ ਹੈ। ਅੱਗੇ 30 ਸਾਲ ਜੀ ਲਏ, ਔਰ ਪਤਾ ਨਹੀਂ 2 ਸਾਲ ਹੈ ਕਿ ਨਹੀਂ ਹੈ, ਤੇਰੇ ਦਰਸ਼ਨ ਹੋ ਗਏ, ਇਹ ਤੋਂ ਵੱਧ ਇਹਨਾਂ ਅੱਖਾਂ ਦੇ ਮੈਂ ਕੁਛ ਹੋਰ ਦੇਖਣਾ ਨਹੀਂ ਚਾਹੁੰਦਾ। ਸਾਨੂੰ ਹੁਕਮ ਹੈ, ਅਸੀਂ ਪਤਾ ਨਹੀਂ ਮੰਨਿਆ ਕਿ ਪੜ੍ਹਿਆ ਤੇ ਬੜੀ ਵਾਰ ਹੈ, ਹਰ ਬਿਨ ਅਵਰ ਨਾ ਦੇਖੋ ਕੋਈ। ਪੜ੍ਹਦੇ ਹੋ ਨਾ, ਪਰ ਕਦੇ ਇਹਨਾਂ ਦੀ ਗਹਿਰਾਈ ਨੂੰ ਮਨ ਨਾਪਣ ਦਾ ਕੋਸ਼ਿਸ਼ ਕਰਨਾ। ਹਰ ਬਿਨ ਅਵਰ ਨਾ ਦੇਖੋ ਕੋਈ, ਇਹ ਨੇਤਰੋ ਮੇਰਿਓ ਹਰ ਤੁਮ ਮਹਿ ਜੋਤ ਧਰੀ। ਹਰ ਬਿਨ ਅਵਰ ਨਾ ਦੇਖੋ ਕੋਈ, ਪਰ ਅਸੀਂ ਤਾਂ ਹਰੀ ਤੋਂ ਬਿਨਾਂ ਹੀ ਦੇਖਿਆ। ਸੰਤ ਭੈਣ ਭਰਾ ਨਜ਼ਰ ਨਹੀਂ ਆਏ, ਅਸੀਂ ਤਸਵੀਰ ਖਾ ਨਿੰਦਾ ਚੁਗਲ ਦੁਸ਼ਮਣ ਨਜ਼ਰ ਆਉਂਦਾ ਹੈ। ਸੰਤ ਸਕੇ ਭੈਣ ਭਰਾਵਾਂ 'ਚੋਂ ਦੁਸ਼ਮਣ ਨਜ਼ਰ ਆਉਂਦੇ ਨੇ। ਸੰਤ ਕਈ ਵਾਰ ਮਾਪੇ ਵੀ ਦੁਸ਼ਮਣ ਨਜ਼ਰ ਆਉਣ ਲੱਗ ਪੈਂਦੇ ਨੇ। ਪਰ ਕਹਿਣ ਲੱਗੇ ਹਰ ਬਿਨ ਅਵਰ ਨਾ ਦੇਖੋ ਕੋਈ, ਪਿਛਲੇ ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ। ਜੇ ਕੁਐਸਚਨ ਮਾਰਕ ਲਾ ਕੇ ਪੜ੍ਹ ਕੇ ਸਮਝਣਾ ਵੀ ਕੀ ਇਹਨਾਂ ਨੇਤਰਾਂ ਦੇ ਨਾਲ ਅੱਜ ਤੋਂ ਨਜ਼ਰ ਤੈਨੂੰ ਪ੍ਰਾਪਤ ਹੋਈ ਹੈ, ਕਿ ਇਹਨਾਂ ਦਾ ਨਿਹਾਲ ਦੇਖਿਆ, ਰੱਬ ਦੇ ਦੀਦਾਰ ਕੀਤੇ, ਤੇ ਕੀ ਕਵਾਂਗੇ ਮਹਾਰਾਜ ਨਹੀਂ ਕੀਤੇ। ਇੱਥੇ ਤੇ ਮੈਨੂੰ ਬੰਦਾ ਨਜ਼ਰ ਨਹੀਂ ਆਉਂਦਾ, ਮੈਨੂੰ ਦਰਸ਼ਨ ਰੱਬ ਦੇ ਕਿੱਥੇ। ਕਹਿਣ ਲੱਗੇ ਫਿਰ ਸਤਿਗੁਰ ਮਿਲੀ ਹੈ। ਜੇ ਤੈਨੂੰ ਹੁਣ ਤੱਕ ਰੱਬ ਦੇ ਦੀਦਾਰ, ਹਰੀ ਦੇ ਦੀਦਾਰ ਨਹੀਂ ਹੋਏ, ਤੇ ਸਤਿਗੁਰ ਮਿਲੀ ਹੈ। ਸਤਿਗੁਰ ਨੂੰ ਮਿਲ, ਦਿਵ ਦ੍ਰਿਸ਼ਟ ਹੋਏ, ਫਿਰ ਤੇਰੇ ਪਰਦਾ ਖੁੱਲ੍ਹ ਜਾਏਗਾ, ਤੈਨੂੰ ਹਰ ਥਾਂ ਹਰੀ ਨਜ਼ਰ ਆਏਗਾ। ਫਿਰ ਜਦ ਦੇਖਾਂ ਤਾਂ ਤੂੰ ਅੱਜ ਉਹ ਕਹਿੰਦੇ ਨੇ, ਕਹਿਣ ਲੱਗੇ ਮੈਂ ਤੇ ਜਿਉਂਦਾ ਹੀ ਤੇਰੇ ਦੀਦਾਰ ਕਰ ਗਿਆ। ਹਉ ਜੀਵਾਂ ਸਤਿਗੁਰ ਦੇਖ, ਮੈਂ ਤੇ ਜਿਉਂਦਾ ਹੀ ਆਪਣੇ ਸਤਿਗੁਰ ਦੇ ਦਰਸ਼ਨ ਕਰ ਗਿਆ। ਇਹਦੇ ਦਰਸ਼ਨ ਤੋਂ ਮੈਨੂੰ ਜੀਵਨ ਮਿਲਦਾ ਹੈ। ਜਿਵੇਂ ਫਿਰ ਦੁਹਰਾਦੇ ਹਾਂ, ਭੋਜਨ ਤੋਂ ਸਾਨੂੰ ਸਰੀਰ ਦਾ ਜੀਵਨ ਮਿਲਦਾ ਹੈ, ਵਿਚਾਰਾਂ ਤੋਂ ਸਾਨੂੰ ਮਾਨਸਿਕ ਜੀਵਨ ਮਿਲਦਾ ਹੈ, ਅਤੇ ਪ੍ਰਭੂ ਦੇ ਦਰਸ਼ਨ ਤੋਂ ਆਤਮਿਕ ਜੀਵਨ ਮਿਲਦਾ ਹੈ। ਜਿਨ੍ਹਾਂ ਨੂੰ ਪ੍ਰਭੂ ਦੇ ਦਰਸ਼ਨ ਦੀ ਸਮਝ ਹੈ, ਆਤਮਿਕ ਜੀਵਨ ਦੇ ਆਰੂੜ ਨੇ, ਜਿਹੜੇ ਪ੍ਰਭੂ ਦੇ ਦਰਸ਼ਨ ਨਹੀਂ ਹੁੰਦੇ, ਉਹ ਕਹਿੰਦੇ ਨੇ ਸਰੀਰ ਚੂੰਡ ਲਓ, ਖਾ ਲਓ, ਜੋ ਮਰਜ਼ੀ ਕਰ ਲਓ, ਮੇਰਾ ਇੱਕ ਅੰਗ ਨੋਚ ਕੇ ਖਾ ਜਾਓ, ਪਰ ਇਹ ਦੋਏ ਨੈਣਾ ਮਤ ਛੂਹੋ, ਅਜੇ ਵੀ ਫਿਰ ਦੇਖਣ ਕੀ ਆਸ। ਅਜੇ ਵੀ ਮੈਨੂੰ ਉਮੀਦ ਹੈ ਕਿ ਆ ਦਮ ਨਿਕਲਣ ਤੋਂ ਪਹਿਲਾਂ ਆਏਗਾ, ਦੀਦਾਰ ਦੇ ਦੇਗਾ, ਇਹਨਾਂ ਨੇਤਰਾਂ ਨਾਲ ਦਰਸ਼ਨ ਕਰ ਸਕਾਂਗਾ, ਨੇਤਰਾਂ ਦੀ ਯਾਤਰਾ ਸਫਲ ਹੋ ਜਾਏਗੀ। ਕਹਿਣ ਲੱਗੇ ਮੈਂ ਤੇ ਜਿਉਂਦੇ ਇੱਥੇ ਖੜਾ। ਫਿਰ ਕੀ ਕਰਦੇ ਹੋ, ਕਿੱਦਾਂ? ਕਹਿਣ ਲੱਗੇ ਜਿਨ੍ਹਾਂ ਨੇ ਦੇਖ ਲਿਆ, ਸਮਝ ਹੈ ਕੀ ਪ੍ਰਾਪਤੀ ਹੋਈ ਜੇ ਦਰਸ਼ਨ ਦੇਖ ਕੇ। ਜਿਹਨੂੰ ਦਰਸ਼ਨ ਕਿਹੋ ਜਿਹੇ ਨੇ ਉਹਨਾਂ ਦੇ, ਫਿਰ ਉਹਨਾਂ ਦਾ ਸਰੂਪ ਕੀ ਹੈ। ਮਹਾਰਾਜ ਕਹਿੰਦੇ ਸੁਣੋ, ਹਰ ਨਾਮ ਦ੍ਰਿੜਾਏ। ਜਦੋਂ ਗੁਰੂ ਮਿਲਦੇ ਨੇ, ਦਰਸ਼ਨ ਸਪਸ਼ਟ ਹੁੰਦੇ ਨੇ, ਤੇ ਗੁਰੂ ਦਿੰਦੇ ਕੀ ਨੇ? ਨਾਮ ਦਿੰਦੇ ਨੇ। ਗੁਰੂ ਪਸੂ ਪਦਾਰਥ ਥੋੜ੍ਹਾ ਦਿੰਦੇ ਨੇ, ਗੁਰੂ ਸਿਰਫ ਨਾਮ ਦਿੰਦੇ ਨੇ, ਅਤੇ ਨਾਮ ਦੇ ਵਿੱਚ ਪਦਾਰਥ ਨੇ। ਅਸੀਂ ਮੰਨਦੇ ਹਾਂ ਸੰਸਾਰ ਦੇ ਜਿਤਨੇ ਪਦਾਰਥ ਨੇ, ਹਰਨਾਮੇ ਵਿੱਚ, ਹਰਨਾਮੇ ਭੋਜਨ ਹੈ, ਹਰਨਾਮੇ ਵਸਤਰ ਹੈ, ਹਰਨਾਮੇ ਸਭ ਕੁਛ ਹੈ। ਕਹਿਣ ਲੱਗੇ ਹਰ ਨਾਮ ਦ੍ਰਿੜਾਏ,
ਗੁਰੂ ਨਾਮ ਦ੍ਰਿੜ ਕਰਾ ਦਿੰਦੇ ਨੇ। ਗੁਰੂ ਕਹਿੰਦੇ ਨੇ ਜਪ ਮਨ ਸਤਨਾਮ, ਸਦਾ ਸਤਨਾਮ। ਅਸੀਂ ਤਾਂ ਬਾਣੀ ਦੀ ਗਹਿਰਾਈ ਨੂੰ, ਬਾਣੀ ਦੇ ਠਹਿਰਾਓ ਨੂੰ ਮੰਨਦੇ ਨਹੀਂ, ਪਰ ਛੱਡਦੇ, ਲੰਘ ਗਏ, ਟਪ 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 ਕਰਦੇ ਲੰਘ ਜਾਈਦਾ। ਹਰ ਨਾਮੋ, ਹਰ ਨਾਮ ਦ੍ਰਿੜਾਏ ਜਪ। ਜਪ ਦੇ ਵਿੱਚ ਕੀ ਹੈ? ਜਪ ਦੇ ਵਿੱਚ ਕੀ ਮਿਲੇਗਾ? ਜਪ ਦੇ ਦੋ ਰੂਪ ਆਪਾਂ ਅਕਸਰ ਦੇਖੇ ਨਾ, ਔਂਕੜ ਅਤੇ ਸਿਹਾਰੀ। ਜੇ ਸਿਹਾਰੀ ਜਪ ਦੇ ਵਿੱਚ, ਜਪ ਦੇ ਪ੍ਰਾਪਤ ਕੀ ਹੈ? ਜਿਵੇਂ ਕਿ ਆ ਫਲ ਹੈ, ਅਤੇ ਫਲ ਦੇ ਵਿੱਚ ਕੀ? ਰਸ। ਇਹਦੇ ਵਿੱਚ ਗੁਦਾ, ਇਹਦੇ ਵਿੱਚ ਬੀਜ ਹੈ। ਇਸ ਫਲ ਦੇ ਵਿੱਚ ਰਸ ਹੈ, ਇਸ ਫਲ ਦੇ ਵਿੱਚ ਇਸੇ ਫਲ ਦਾ ਬੀਜ ਹੈ। ਜੇ ਬੀਜ ਢੰਗ ਨਾਲ ਬੀਜੇਗਾ ਤਾਂ ਇਹੀ ਫਲ ਬਹੁਤਾਤ ਵਿੱਚ ਮਿਲੇਗਾ। ਜਪ ਦੇ ਵਿੱਚ ਕੀ ਹੈ? ਜਪ ਦੇ ਵਿੱਚ ਨਾਮ ਹੈ। ਜੇ ਜਪ ਦੇ ਰਸ ਨੂੰ ਮੰਨ ਲਏਗਾ ਤੇ ਬਹੁਤਾਤ ਵਿੱਚ ਨਾਮ ਮਿਲੇਗਾ। ਫਿਰ ਬੇਅੰਤ ਨਾਮ ਹੋਏਗਾ, ਏਕ ਤੇ ਅਨੇਕ ਗੁਜੇਗਾ, ਪਰ ਮਿਲੇਗਾ ਤਾਂ ਇੱਕੋ ਹੀ। ਇੱਕ ਵਾਰ ਸ਼੍ਰੀ ਵਾਹਿਗੁਰੂ ਕਹਿਓ, ਕਹਿਣਾ ਇੱਕ ਵਾਹਿਗੁਰੂ ਹੀ ਹੈ, ਪਰ ਇੱਕ ਵਾਹਿਗੁਰੂ ਦੇ ਵਿੱਚ ਹੀ ਰਸ ਹੈ, ਉਹਦੇ ਵਿੱਚ ਉਹਦਾ ਬੀਜ ਹੈ। ਫਿਰ ਉਹ ਤੇਰੇ ਅੰਦਰ ਪ੍ਰਗਟ ਹੋਏਗਾ ਤੇ ਰੋਮ ਰੋਮ ਫਿਰ ਵਾਹਿਗੁਰੂ 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 ਕਹਿੰਦੇ ਨਾ, ਰੋਮ ਰੋਮ ਜੇ ਰਸਨਾ ਪਾਓ। ਦਸ਼ਮੇਸ਼ ਕਹਿੰਦੇ ਨਾ, ਤਦ ਖਾਲਸੇ ਕੇ, ਅਜੇ ਤੇ ਉਹ ਖਾਲਸੇ ਦੇ ਗੁਣ ਗਾਉਂਦੇ ਨੇ। ਤੇ ਜਪਜੀ ਸਾਹਿਬ ਦੇ ਦਾਤੇ ਕੀ ਕਹਿੰਦੇ ਨੇ? ਇੱਕ ਦੂਜੀ ਪੋ ਲੱਖ ਹੋਵੇ, ਲੱਖ ਹੋਵੇ ਲੱਖ 20, ਲੱਖ ਲੱਖ ਗੇੜਾ ਆਖੀਆਂ ਹੈ ਏਕ ਨਾਮ ਜਗਦੀਸ਼। ਕਹਿਣ ਲੱਗੇ ਜਪ ਹਰ ਹਰ ਨਾਮ ਵਿਗਸੇ ਰਾਮ। ਜਦੋਂ ਜਪ ਕੀਤਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਫਿਰ ਕੀ ਮਿਲਦਾ ਹੈ? ਵਿਗਾਸ ਮਿਲਦਾ ਹੈ। ਵਿਗਾਸ ਸ਼ਬਦ ਹੈ ਕਿ ਵਿਕਾਸ। ਆ ਨਿਤ ਸੁਣਦੇ ਵਿਕਾਸ 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 ਦਾ ਰੌਲਾ ਸੁਣ ਰਹੇ ਹਾਂ। ਵਿਕਾਸ ਅਤੇ ਵਿਕਾਸ ਦਾ ਖਰੀ ਅਰਥ ਵੀ ਕੁਝ ਜਿਹਾ ਹੀ ਹੈ, ਪਰ ਵਿਕਾਸ ਦਾ ਮਤਲਬ ਹੈ ਗਰੋਥ ਕਰਨਾ। ਆ ਸੜਕਾਂ ਦਾ, ਸ਼ਹਿਰਾਂ ਦਾ ਵਿਕਾਸ ਕਰਦੇ ਹੋ ਨਾ, ਵੱਡਾ ਕਰਦੇ ਹੋ, ਪਰ ਵਿਕਾਸ ਦਾ ਮਤਲਬ ਹੁੰਦਾ ਖੇੜਾ। ਜਦੋਂ ਦੁਨੀਆ ਦਾ ਵਿਕਾਸ ਕਰਦੇ ਹਾਂ, ਸ਼ਹਿਰਾਂ ਦਾ ਵਿਕਾਸ ਕਰਦੇ ਹਾਂ, ਉਜਾੜਾ ਕਰਕੇ ਵਿਕਾਸ ਕਰਦੇ ਆ। ਇਤਨਾ ਸੋਹਣਾ ਚੰਡੀਗੜ੍ਹ ਸ਼ਹਿਰ ਵਸਾਇਆ ਜੇ, ਕਿੰਨੇ ਪਿੰਡ ਉਜਾੜੇ ਨੇ ਉਹਨਾਂ ਲੋਕਾਂ ਨੂੰ ਪੁੱਛਣਾ। ਜਿੱਥੇ 17 ਸੈਕਟਰ ਵਗੈਰਾ ਸਜੇ ਨੇ, ਕਿੰਨੇ ਪਿੰਡ ਉਜੜੇ ਨੇ ਇੱਥੋਂ, ਤਾਂ ਜਾ ਕੇ ਸੁੰਦਰ ਸ਼ਹਿਰ ਵਸਿਆ। ਇਹ ਵਿਕਾਸ ਹੋਇਆ ਨਾ ਉਜਾੜਾ ਕਰਕੇ। ਆ ਸੜਕਾਂ ਬਣਦੀਆਂ ਨੇ, ਆ ਨਿਤ ਸੰਘਰਸ਼ ਕਮੇਟੀਆਂ ਕਿਉਂ ਬੈਠੀਆਂ ਸੜਕਾਂ 'ਤੇ? ਆ ਕੋਈ ਰੋਡ ਸੰਘਰਸ਼ ਤੇ ਕੋਈ ਗ੍ਰਾਮੀਣ ਸੰਘਰਸ਼ ਕਿਉਂ ਬੈਠੇ ਨੇ? ਵੀ ਉਹਨਾਂ ਦੇ ਖੇਤ ਉਜੜ ਰਹੇ ਨੇ, ਉਹਨਾਂ ਦੇ ਪਿੰਡ ਉਜੜ। ਤੁਹਾਡਾ ਵਿਕਾਸ ਹੋ ਰਿਹਾ ਹੈ, ਪਰ ਉਹਨਾਂ ਦਾ ਤਾਂ ਵਿਨਾਸ਼ ਹੋ ਰਿਹਾ ਹੈ। ਉਹਨਾਂ ਦੇ ਖੇਤਾਂ ਦਾ ਵਿਨਾਸ਼ ਹੋ ਰਿਹਾ, ਉਹਨਾਂ ਦੀ ਸੱਭਿਅਤਾ ਦਾ ਵਿਨਾਸ਼ ਹੋ ਰਿਹਾ। ਉਹ ਕਿੱਥੇ ਜਾਣਗੇ ਕੱਲ੍ਹ ਨੂੰ? ਵਿਨਾਸ਼ ਹੋ ਰਿਹਾ, ਕਿਉਂਕਿ ਵਿਕਾਸ ਖੜਦਾ ਹੀ ਵਿਨਾਸ਼ ਦੇ ਉੱਤੇ ਹੈ। ਪਰ ਚੇਤਾ ਰੱਖਣਾ, ਵਿਕਾਸ ਖੇੜਾ ਤੇ ਆਨੰਦ ਜਿਹੜਾ ਹੈ ਨਾ, ਇਹ ਵਿਨਾਸ਼ ਨਹੀਂ ਕਰਦਾ, ਕਦੇ ਮੁਰਝਾਉਂਦਾ ਨਹੀਂ। ਇਸੇ ਕਰਕੇ ਨਾਨਕ ਭਗਤਾਂ ਸਦਾ ਵਿਗਾਸ, ਭਗਤ ਸਦਾ ਵਿਗਾਸ। ਕਹਿਣ ਲੱਗੇ ਹਰ ਹਰ ਜਪ ਹਰ ਹਰ ਨਾਮ ਵਿਗਸੇ ਰਾਮ, ਵਿਗਾਸ ਪ੍ਰਾਪਤ ਹੋਇਆ। ਫਿਰ ਕਹਿਣ ਲੱਗੇ ਸੁਣੋ, ਜਪ ਹਰ ਹਰ ਨਾਮ। ਵਾਹਿਗੁਰੂ ਵਾਹਿਗੁਰੂ ਜੀ ਦੇ ਨਾਮ ਦੇ ਜਪ ਦੇ ਸਦਕੇ ਕਮਲ ਪ੍ਰਗਾਸੇ, ਹਿਰਦਾ ਰੂਪੀ ਕਮਲ ਖਿੜਦਾ ਹੈ, ਪ੍ਰਗਾਸ਼ਿਤ ਹੋ ਜਾਂਦਾ ਹੈ। ਜਪ ਹਰ ਹਰ ਨਾਮ ਕਮਲ ਪ੍ਰਗਾਸੇ, ਹਰ ਨਾਮ ਨਵੰਗ ਨਿਧ ਪਾਈ। ਇਸ ਨਾਮ ਦੇ ਸਕੇ 9 ਨਿਧਾਂ ਪ੍ਰਾਪਤ ਹੁੰਦੀਆਂ ਨੇ। ਹਉ ਮੈਂ ਰੋਗ ਗਿਆ ਦੁੱਖ ਲਾਥਾ, ਇਸ ਨਾਮ ਸਕੇ ਹਉਮੈ ਦਾ ਰੋਗ ਮਿਟ ਜਾਂਦਾ ਹੈ, ਦੁੱਖ ਲੈ ਜਾਂਦੇ ਨੇ। ਹਰ ਸਹਿਜ ਸਮਾਧ ਲਗਾਈ, ਤੇ ਵਾਹਿਗੁਰੂ ਜੀ ਦੇ ਸਦਕੇ, ਨਾਮ ਦੇ ਸਦਕੇ ਸਹਿਜ ਸਮਾਧੀ ਲੱਗ ਜਾਂਦੀ ਹੈ। ਤੇ ਸਹਿਜ ਕੀ ਕਥਾ ਤੇ ਅਕਥ ਹੈ, ਨਿਰਾਰੀ ਹੈ। ਕਹਿਣ ਲੱਗੇ ਹਰ ਨਾਮ ਵਡਾਈ, ਇਹ ਵਾਹਿਗੁਰੂ ਜੀ ਦੇ ਨਾਮ ਦੀ ਜੋ ਵਡਿਆਈ ਹੈ ਨਾ, ਸਤਿਗੁਰੂ ਤੇ ਪਾਈ, ਸਤਿਗੁਰੂ ਤੋਂ ਪ੍ਰਾਪਤ ਹੁੰਦੀ ਹੈ। ਸੁਖ ਸਤਿਗੁਰੂ ਦੇਵ ਮਨ ਪਰਸੇ, ਸੁਖ ਕਿੱਥੇ ਹੈ? ਸਤਿਗੁਰੂ ਦੇਵ ਨੂੰ ਮਨ ਕਰਕੇ ਪਰਸਿਆ। ਕਹਿਣਾ ਸਤਿਗੁਰੂ ਦੇਵ ਨੂੰ ਤਨ ਕਰਕੇ ਪਰਸਿਆ ਕੁਝ ਮਿਲੇਗਾ ਨਹੀਂ, ਅਦੀ ਵਿਆਖਿਆ ਨਹੀਂ ਕਰਦੇ, ਪਰ ਸਤਿਗੁਰੂ ਦੇਵ ਨੂੰ ਮਨ ਕਰਕੇ ਪਰਸਿਆ ਤੇ ਸੁਖ ਪ੍ਰਾਪਤ ਹੁੰਦਾ ਹੈ। ਸੁਖ ਸਤਿਗੁਰੂ ਦੇਵ ਮਨ ਪਰਸੇ, ਹਉ ਜੀਵਾ ਹਉ ਜੀਵਾ ਸਤਿਗੁਰ ਦੇਖ ਸਰਸੇ। ਮੈਂ ਤੇ ਜਿਉਂਦਾ ਹਾਂ, ਜਿਉਂਦਾ ਹਾਂ। ਮੇਰੇ ਮਹਾਰਾਜ ਵੀ ਕਹਿਣਗੇ ਜੀਵਤ 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 ਰਹੋ। ਤਿੰਨਾਂ ਲੈਵਲਾਂ 'ਤੇ ਤੂੰ ਜੀਵਤ 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 ਰਹੋ। 3 ਵਾਰ ਕਹਿੰਦੇ ਨਾ, ਕੀ ਕਰਾਂ ਕਿਵੇਂ ਬਾਬਾ? ਕਹਿਣਗੇ ਰਾਮ ਰਸਾਇਣ ਨਿਤ ਉੱਠ ਪੀਓ, ਉੱਠ ਕੇ ਵਾਹਿਗੁਰੂ ਵਾਹਿਗੁਰੂ ਜਪ ਲਿਆ ਕਰ। ਸਰੀਰ ਕਰਕੇ ਵੀ ਜਿਉਂਦਾ ਰਹੇਗਾ, ਮਨ ਕਰਕੇ ਵੀ ਜਿਉਂਦਾ ਰਹੇਗਾ, ਆਤਮ ਕਰਕੇ ਵੀ ਜਿਉਂਦਾ। ਗੁਰਦੇਵ ਕਿਰਪਾ ਕਰਨ ਅਸੀਂ ਕਿਤੇ ਜੀਵਨ ਪ੍ਰਾਪਤ ਕਰ ਸਕੀਏ। ਬੇਨਤੀ ਕਰੀਏ ਦੀਨ ਦਰਦ ਨਿਵਾਰ ਠਾਕੁਰ, ਰਾਖੇ ਜਨ ਕੀ ਆਪ ਤਰਨ ਤਰਨ ਹਰ ਨਿਧ, ਦੁੱਖ ਨ ਸਕੇ ਵਿਆਪਤੀ। ਮਹਾਰਾਜ ਕਹਿੰਦੇ ਸਾਧੂ ਸੰਗ ਭਜੋ,
ਗੋਪਾਲ ਗੁਰਦੇਵ ਕਿਰਪਾ ਕਰਨ ਅਸੀਂ ਐਸਾ ਕਰ ਸਕੀ। ਭੁੱਲ ਚੁੱਕ ਦੀ ਖਿਮਾ। ਆਸੀਸ ਅਤੇ ਪਿਆਰ ਤੈਨੂੰ ਫਤਿਹ ਬੁਲਾਵਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।